ਇਹ ਟੁੱਟਿਆ ਹੋਇਆ ਖੋਖਾ ਕਹਿ ਲਈਏ ਆਪਾਂ ਇਹਨੂੰ, ਕੈਬਿਨ ਕਹਿ ਲਈਏ, ਇਹ ਕਿਸੇ ਹਨੇਰੀ ਮੀਂਹ ਝੱਖੜ ਦਾ ਸ਼ਿਕਾਰ ਨਹੀਂ ਹੋਇਆ, ਬਲਕਿ ਇੱਕ ਅਫਸਰ ਇਸ ਨੂੰ ਤੋੜ ਕੇ ਜਾਂਦਾ ਹੈ। JCB ਚੱਲਦੀ ਹੈ। ਚੱਕ ਕੇ ਲੈ ਕੇ ਜਾਣਾ ਸੀਗਾ, ਖਰੀਦ ਕੇ ਸਿਰਫ ਰੱਖਿਆ ਹੋਇਆ ਸੀ। ਅੱਜ ਰੱਖਿਆ, ਦੂਜੇ ਦਿਨ ਆ ਕੇ ਤੋੜ ਗਏ ਜੀ। ਗੱਲਬਾਤ ਹੋਈ, ਉਹ ਕਹਿੰਦੇ ਅਸੀਂ ਤੋੜ ਕੇ ਗਏ ਜੀ। ਮੈਂ ਕਿਹਾ ਕਿਉਂ ਤੋੜ ਕੇ ਗਏ ਜੀ? ਕਹਿੰਦੇ ਖਾਲੀ ਪਿਆ ਸੀਗਾ ਤਾਂ ਤੋੜਦਾ ਜੀ। ਮੈਂ ਕਿਹਾ ਬਾਕੀ ਦੁਕਾਨਾਂ ਖਾਲੀ ਪਈਆਂ ਜੀ, ਉਹ ਤੋੜ ਦਿੰਦੇ ਜੀ। ਨੌਜਵਾਨ ਨੇ, ਬੇਰੁਜ਼ਗਾਰ ਨੇ, ਤਾਂ ਉਹਨਾਂ ਨੇ ਆਪਣਾ ਕੰਮ ਤਾਂ ਕਰਨਾ। ਇੱਕ ਪਾਸੇ ਸਰਕਾਰ ਨਹੀਂ ਜੀਣ ਦੇ ਰਹੀ, ਦੂਜੇ ਪਾਸੇ ਸਰਕਾਰੀ ਅਫਸਰ ਨਹੀਂ ਜੀਣ ਦੇ ਰਹੇ। ਸਰ ਉਹ ਇਲੀਗਲ ਸੀ। ਹਾਂਜੀ ਸਰ, ਨੋਟਿਸ ਦਿੱਤਾ ਸੀ। ਨੋਟਿਸ ਦਿੱਤਾ ਸੀ ਜੀ। ਆਪ ਸਰ ਆਹ ਦੇਖੋ ਜੀ, ਲਓ। ਬਿਲਕੁਲ ਨੋਟਿਸ ਨਹੀਂ ਦਿੱਤੇ ਜੀ। ਅੱਜ ਰੱਖਿਆ, ਦੂਜੇ ਦਿਨ ਤੋੜ ਗਏ ਜੀ। ਕੋਈ ਨੋਟਿਸ ਨਹੀਂ ਦਿੱਤਾ ਜੀ। ਜਿੰਨਾ ਹੀ ਜ਼ਮੀਨ ਆ ਉਹਦੇ ਨਾਮ ਤੇ ਨੋਟਿਸ ਜਾਊਗਾ ਨਾ। ਹਾਂਜੀ, ਤੇ ਉਹਨਾਂ ਨੂੰ ਨੋਟਿਸ ਗਿਆ ਹੋਇਆ ਨੋਟਿਸ। ਉਹਨਾਂ ਨੂੰ ਕੀ ਨੋਟਿਸ ਦੇ ਵਿੱਚ ਇਹ ਲਾਈਨ ਲਿਖੀ ਗਈ ਹੈ ਜੀ, ਬਈ ਜੇ ਅਗਲੀ ਕੰਸਟਰਕਸ਼ਨ ਹੋਊਗੀ ਤਾਂ ਬਿਨਾਂ ਦੱਸਿਆ ਤੁਹਾਡੀ ਜਿਹੜੀ ਹੈਗੀ ਇਮਾਰਤ ਤਹਿਸ-ਨਹਿਸ ਕੀਤੀ ਜਾਊਗੀ, ਕਿਉਂਕਿ ਹਰ ਚੀਜ਼ ਦੱਸ ਕੇ ਕਰਦਾ ਨਾ ਪੁੱਡਾ। ਹਾਂ ਸਰ, ਉਹਨਾਂ ਨੂੰ ਨੋਟਿਸ ਦਿੱਤਾ। ਉਹਨਾਂ ਤੋਂ ਪੁੱਛੋ ਸੀ ਕੋਈ ਉਹਨਾਂ ਨੂੰ ਦਿੱਤਾ ਜਾਂ ਨਹੀਂ। ਉਹਨਾਂ ਨੂੰ ਤੁਹਾਡੇ ਕੋਲ ਨੋਟਿਸ ਨਹੀਂ ਹੈਗਾ ਜਿਹਦੇ ਵਿੱਚ ਪੁੱਡਾ ਨਾ ਇਹ ਲਿਖਿਆ ਹੋਵੇ ਬਈ ਜੇ ਅਗਲੀ ਕੋਈ ਇਮਾਰਤ ਜਾਂ ਕੋਈ ਖੋਖਾ ਕੈਬਿਨ ਰੱਖਿਆ ਜਾਂਦਾ ਤਾਂ ਉਹ ਜਦੇ ਤਹਿਸ-ਨਹਿਸ ਕਰ ਦਿੱਤਾ ਜਾਊਗਾ। ਕੋਈ ਅਜਿਹਾ ਨੋਟਿਸ ਨਹੀਂ। ਇਹ ਮੈਨੂੰ ਇਹਦਾ ਕੋਈ ਅਫੀਸ਼ੀਅਲ ਨੋਟਿਸ ਨਹੀਂ ਆਇਆ ਹੈਗਾ। ਫਿਕਸ ਕੀਤਾ ਹੋਇਆ ਸੀ, ਤੁਸੀਂ ਉੱਥੇ ਦੇਖੋਗੇ। ਮੇਰੇ ਕੋਲ ਫੋਟੋਆਂ ਵੀ ਪਈਆਂ ਨੇ। ਇਹ ਕਹਿੰਦੇ ਫਿਕਸ ਕੀਤਾ ਹੋਇਆ ਸੀ ਤੁਸੀਂ। ਭਾਜੀ ਤੁਸੀਂ ਆਪਣੇ ਆਪ ਦੇਖ ਲਓ ਕਿਹੜਾ ਫਿਕਸ ਕੀਤਾ ਹੋਇਆ। ਕੋਈ ਕਿਧਰੇ ਵੀ ਖੱਡਾ ਨਹੀਂ ਹੈਗਾ। ਤੁਸੀਂ ਧਿਆਨ ਰੱਖੋ ਕਿਤੇ ਆਪ ਨਾ ਖੱਡੇ ਪਾ ਜਾਣ। ਇਹ ਬਾਅਦ ਦੇ ਵਿੱਚ ਕਹਿਣ ਨੂੰ ਵੀ ਫਿਕਸ ਕੀਤਾ ਹੋਇਆ ਸੀ ਜੀ, ਖੱਡੇ ਪਾ ਜਾਣੇ ਕਿਤੇ। ਕਬਾੜ ਪਿਆ ਜੀ ਕਿੰਨਾ ਜੀ, ਹਾਂ। ਆ ਥੱਲੇ ਕਬਾੜ ਪਿਆ ਜੀ। ਕੋਈ ਫਿਕਸ ਨਹੀਂ ਕੀਤਾ, ਐਦਾਂ ਹੀ ਪਿਆ ਸੀਗਾ ਜੀ। ਜੰਗ ਲੱਗੀ ਹੋਈ ਆ ਜੀ। ਉਹ ਕਹਿੰਦੇ ਵੀ ਕੋਈ ਵੀ ਸਾਨੂੰ ਦੱਸੋ, ਕੋਈ ਅੱਜ ਕੱਲ੍ਹ ਦੇ ਵਿੱਚ ਕੋਈ ਨਜਾਇਜ਼ ਉਸਾਰੀ ਹੋ ਰਹੀ ਹੋਵੇ। ਆਪਾਂ ਜੀ ਤੁਹਾਡੇ ਸਾਹਮਣੇ ਇੱਧਰ ਦੇਖੋ ਜੀ, ਇਹ ਉਸਾਰੀ ਹੋ ਰਹੀ, ਪਰਲੀ ਸਾਈਡ ਹੋ ਰਹੀ ਹੈ ਜੀ। ਇਹਨਾਂ ਨੇ ਪਰਮਿਸ਼ਨ ਲਈ ਵੀ ਹੋਣੀ ਜੀ। ਪਤਾ ਨਹੀਂ ਇੱਥੇ ਪਰਮਿਸ਼ਨਾਂ ਕਿਸੇ ਕੋਲ ਨਹੀਂ ਹੈਗੇ ਜੀ। ਉਹ ਅੱਡੇ ਦੇ ਪਰਲੇ ਪਾਸੇ ਜਾ ਕੇ ਲੋ ਸਾਰੀਆਂ ਹੋ ਰਹੀਆਂ ਦੁਕਾਨਾਂ ਤਾਂ ਉਹਨਾਂ ਨੇ ਪਰਮਿਸ਼ਨ ਲਈ ਵੀ ਹੋਵੇ ਜੀ। ਕੋਈ ਪਰਮਿਸ਼ਨ ਨਹੀਂ ਹੈ ਜੀ ਕਿਸੇ ਕੋਲ ਵੀ। ਇਹ ਇਮਾਰਤਾਂ ਇਹ ਨਜਾਇਜ਼ ਦੱਸ ਰਹੇ ਨੇ। ਤੁਸੀਂ ਪ੍ਰੂਫ ਦਿਖਾਓ ਸਾਨੂੰ ਕੈਮਰਿਆਂ ਦੇ ਉੱਤੇ ਆ ਕੇ। ਤੁਸੀਂ ਆਪ ਫੋਨ ਕਰਿਓ ਬਈ ਜਿਹੜੇ ਮੇਰੇ ਤੇ ਦੋਸ਼ ਲਾ ਰਹੇ ਨੇ ਨਜਾਇਜ਼ ਦੇ, ਤਾਂ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ ਨੇ। ਮੈਂ ਤੁਹਾਨੂੰ ਕੈਮਰੇ ਦੇ ਉੱਤੇ ਦਿਖਾਉਣਾ ਸਾਰਿਆਂ ਦੇ ਡਾਕੂਮੈਂਟ। ਮੈਂ ਤੁਹਾਡੀ ਇੰਟਰਵਿਊ ਕਰਾਂਗਾ। ਕੱਲੀ ਕਲੋਨੀ ਆਪਾਂ ਚੱਲਾਂਗੇ ਤੇ ਤੁਸੀਂ ਕਹੋ ਬਈ ਕੋਈ ਨਜਾਇਜ਼ ਨਹੀਂ ਹੋ ਰਿਹਾ ਇੱਥੇ ਕੰਮ, ਤੇ ਤੁਹਾਡੀਆਂ ਅੱਖਾਂ ਬੰਦ ਨੇ। ਜਿੱਥੇ ਧੱਕਾ ਜਾਂ ਜਿੱਥੇ ਇਹ ਜਿਵੇਂ ਇਹ ਕਹਿ ਰਹੇ ਨੇ ਵੀ ਬੁਰਕੀ ਪੈ ਜਾਂਦੀ ਹੈ ਜੀ, ਤੇ ਜਿੱਥੇ ਬੁਰਕੀ ਪੈ ਜਾਂਦੀ ਹੈ ਫਿਰ ਉੱਥੇ ਚੁੱਪ ਕਰ ਜਾਂਦੇ ਹੋ। ਤੁਸੀਂ ਪਹਿਲਾਂ ਡਾਕਟਰ ਸਾਹਿਬ ਨੂੰ ਫੋਨ ਕਰਦੇ ਵੀ ਅਸੀਂ ਤੁਹਾਨੂੰ ਭਾਈ ਨੋਟਿਸ ਦਿੱਤਾ ਹੋਇਆ ਤੇ ਤੁਹਾਨੂੰ ਕਿਹਾ ਸੀ ਵੀ ਤੁਸੀਂ ਅਗਲੀ ਉਸਾਰੀ ਨਹੀਂ ਕਰਨੀ, ਤੁਸੀਂ ਕਿਉਂ ਕਰ ਰਹੇ ਹੋ? ਮੈਂ ਤੋੜਨ ਜਾ ਰਿਹਾ। ਫਿਰ ਤੇ ਬਣਦੀ ਗੱਲ। ਤੇ ਫਿਰ ਡਾਕਟਰ ਸਾਹਿਬ ਵੀ ਤੁਹਾਨੂੰ ਦੱਸਦੇ ਵੀ ਤੋੜਿਓ ਨਾ ਭਾਈ, ਕਿਸੇ ਗਰੀਬ ਦਾ ਉਹਨੇ ਚੱਕ ਲੈਣਾ 2 ਦਿਨ ਦੇ ਲਈ ਰੱਖਿਆ, ਤੇ ਤੁਸੀਂ ਧੱਕਾ ਕਰਕੇ ਬਾਈ ਜੀ ਇਸ ਵੀਰ ਦੀ ਬਾਂਹ ਫੜੀ ਜਾਵੇ ਜੋ ਤੁਸੀਂ ਇਹਦਾ 40-45 ਹਜ਼ਾਰ ਦਾ ਨੁਕਸਾਨ ਕਰ ਗਏ ਆ। ਕਿਉਂਕਿ ਤਨਖਾਹਾਂ ਬਹੁਤ ਮੋਟੀਆਂ ਵੀਰ ਜੀ ਤੁਹਾਨੂੰ, ਪਰ ਇਹਨਾਂ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਹੁੰਦਾ। ਤੇ ਜਿੰਨੀ ਵੀ ਇਹਨਾਂ ਦੀ ਮਦਦ ਹੋ ਸਕਦੀ ਹੈ ਆਪਣੇ ਆਪ ਨੂੰ, ਮਤਲਬ ਕਿ ਤੁਸੀਂ ਇੱਕ ਅਫਸਰ ਹੋ ਤਾਂ ਦਰਿਆ ਦੇ ਲਈ ਹੁਣ ਤੁਸੀਂ ਦਿਖਾਇਓ। ਅਸੀਂ ਦੇਖਣਾ ਚਾਹੁੰਦੇ ਹਾਂ। ਜੇ ਤੁਸੀਂ ਕਰਕੇ ਜਾਂਦੇ ਹੋ ਤਾਂ ਮੈਂ ਦੁਬਾਰਾ ਬਾਈ ਨੂੰ ਕਹਿੰਦਾ ਸਾਨੂੰ ਜ਼ਰੂਰ ਬੁਲਾਇਓ, ਤੇ ਤੁਹਾਡੀ ਖਬਰ ਮੈਂ ਦੁਬਾਰਾ ਕਰਕੇ ਜਾਊਂਗਾ ਵੀ ਯਾਰ ਅਫਸਰਾਂ ਦੇ ਵਿੱਚ ਜਿਹੜੀਆਂ ਮੈਂ ਪਹਿਲਾਂ ਲਾਈਨਾਂ ਕਹੀਆਂ ਏ ਬਈ ਅਫਸਰ ਰੋਟੀ ਨਹੀਂ ਖਾਣ ਦਿੰਦੇ, ਸਰਕਾਰਾਂ ਨੌਕਰੀਆਂ ਨਹੀਂ ਦਿੰਦੀਆਂ, ਤੇ ਜੇ ਕੋਈ ਰੁਜ਼ਗਾਰ ਕਰਨ ਦਿੰਦਾ ਤਾਂ ਸਰਕਾਰਾਂ ਦੇ ਪਾਲੇ ਹੋਏ ਅਫਸਰ ਇਹ ਕੰਮ ਕਰ ਜਾਂਦੇ ਆ, ਤਾਂ ਫਿਰ ਮੈਂ ਉਹ ਸ਼ਬਦ ਵੀ ਵਾਪਸ ਲੈ ਕੇ ਜਾਊਂਗਾ ਤੇ ਮੈਂ ਦੱਸ ਕੇ ਜਾਊਂਗਾ ਬਈ ਸਾਰੇ ਅਫਸਰ ਇੱਕ ਜਿਹੇ ਨਹੀਂ ਹੁੰਦੇ। ਵਿੱਚ JE ਸਾਹਿਬ ਵਰਗੇ ਵੀ ਹੁੰਦੇ ਨੇ ਜਿਨ੍ਹਾਂ ਤੋਂ ਗਲਤੀ ਦੇ ਨਾਲ ਟੁੱਟ ਗਿਆ, ਪਰ ਉਹ ਹੁਣ ਇਹ ਚੀਜ਼ ਉਹ ਵੀਰ ਦੀ ਹੈਲਪ ਕਰਕੇ ਗਏ ਨੇ। ਕਿੰਨੇ ਬੱਚੇ ਤੁਹਾਡੇ? 3 ਬੱਚੇ ਆ ਜੀ। ਕੀ ਹੈ? 2 ਗੁੱਡੀਆਂ ਜੀ, 1 ਬੇਟਾ ਜੀ। ਮੈਂ ਵੀ ਡਰਾਈਵਰ ਸੀਗਾ, ਟੈਕਸੀ ਡਰਾਈਵਰ ਸੀਗਾ ਜੀ। ਕਰੋਨਾ 'ਚ ਟੈਕਸੀਆਂ ਦਾ ਕੰਮ ਖਤਮ ਹੋ ਗਿਆ ਜੀ, ਪਰ ਇਹਦੇ ਕਰਕੇ ਆ ਮਾੜਾ ਮੋਟਾ ਕੰਮ ਆਉਂਦਾ ਸੀਗਾ ਇਹ ਤਾਂ ਫਾਸਟ ਫੂਡ ਦਾ ਕਰਨ ਲੱਗੇ ਸੀ। 10-10 20-20 ਰੁਪਏ ਇਕੱਠੇ ਕਰਕੇ ਭਾਜੀ 1 ਸਾਲ ਤੋਂ ਹੀ ਖਰੀਦਿਆ ਸੀ। ਤਰਪਾਲ ਲਾ ਕੇ ਕੰਮ ਕਰਦਾ ਜੀ ਮੈਂ ਜੀ। ਮੀਂਹ ਪੈਂਦੇ ਸੀ ਇੱਥੇ 10-10 20-20 ਰੁਪਏ ਇਕੱਠੇ ਕਰਕੇ ਹੀ ਇਹ ਖੋਖਾ ਖਰੀਦਿਆ ਸੀ 1 ਸਾਲ ਤੋਂ ਹੀ। ਮੱਛਰ ਵੀ ਗਿੱਟੇ ਖਾਂਦਾ ਜੀ, ਧੁੱਪ ਵੀ ਜਰਦਾ ਜੀ, ਸਾਰਾ ਕੁਝ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਜੀ। ਆ ਤਰਪਾਲ ਹੈ ਇਹਦੀ ਛੱਤ ਵੀਰ ਦੀ,
ਤੇ ਆ ਕਾਊਂਟਰ ਦੇ ਨਾਲ ਆਪਣਾ ਪੇਟ ਭਾਲ ਰਿਹਾ, ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ, ਧੀਆਂ ਵਾਲਾ ਵੀਰ ਹੈ। ਸੋ ਜਿੰਨੀ ਤੁਸੀਂ ਮਦਦ ਕਰ ਸਕਦੇ ਹੋ, 10,000 ਰੁਪਏ ਵੀਰੇ ਮੈਂ ਤੁਹਾਨੂੰ ਦਿੰਦਾ, ਤੁਹਾਡੇ ਜੋ ਇਹ ਖਰਚਾ ਹੋਇਆ। ਸਰਕਾਰਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਕਿ ਘਰ ਘਰ ਰੁਜ਼ਗਾਰ ਦਿੱਤਾ ਜਾਊਗਾ, ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਲੋਕਾਂ ਦੇ ਦੋਸ਼ ਨੇ ਕਿ ਨੌਕਰੀਆਂ ਨਹੀਂ ਮਿਲੀਆਂ, ਰੁਜ਼ਗਾਰ ਨਹੀਂ ਮਿਲਿਆ, ਬੇਰੁਜ਼ਗਾਰੀ ਹੱਥ ਲੱਗੀ ਹੈ, ਜਿਸ ਕਰਕੇ ਨੌਜਵਾਨ ਲਗਾਤਾਰ ਵਿਦੇਸ਼ਾਂ ਵੱਲ ਨੂੰ ਤੁਰਦੇ ਜਾ ਰਹੇ ਨੇ। ਪਰ ਜਿਹੜੇ ਨੌਜਵਾਨ ਆਪਣਾ ਰੁਜ਼ਗਾਰ ਇੱਥੇ ਕਮਾਉਣ ਦੀ ਜਾਂ ਆਪਣਾ ਰੁਜ਼ਗਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਉਹਨਾਂ ਨੂੰ ਸਰਕਾਰ ਦੇ ਜਿਹੜੇ ਅਫਸਰ ਨੇ, ਅਫਸਰਸ਼ਾਹੀ ਉਹਨਾਂ ਦਾ ਕੰਮ ਨਹੀਂ ਕਰਨ ਦੇ ਰਹੀ, ਜਿਸ ਦੀ ਤਾਜ਼ਾ ਮਿਸਾਲ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ। ਇਸ ਵੇਲੇ ਅਸੀਂ ਮੋਹਾਲੀ ਦੇ ਪਿੰਡ ਸਹੌੜਾ ਵਿਖੇ ਆ। ਸੜਕ ਤੇ ਵਸਿਆ ਹੋਇਆ ਇਹ ਇਲਾਕਾ, ਪਿੰਡ ਸੜਕ ਤੋਂ ਥੋੜਾ ਹਟ ਕੇ, ਪਰ ਇਸ ਵੇਲੇ ਅਸੀਂ ਹਾਈਵੇ ਤੇ ਆ। ਇਹ ਟੁੱਟਿਆ ਹੋਇਆ ਖੋਖਾ ਕਹਿ ਲਈਏ ਆਪਾਂ, ਇਹਨੂੰ ਕੈਬਿਨ ਕਹਿ ਲਈਏ, ਇਹ ਕਿਸੇ ਹਨੇਰੀ ਮੀਂਹ ਝੱਖੜ ਦਾ ਸ਼ਿਕਾਰ ਨਹੀਂ ਹੋਇਆ, ਬਲਕਿ ਇੱਕ ਅਫਸਰ ਇਸ ਨੂੰ ਤੋੜ ਕੇ ਜਾਂਦਾ ਹੈ, JCB ਚੱਲਦੀ ਹੈ। ਬਾਕੀ ਲੱਗੀਆਂ ਹੋਈਆਂ ਦੁਕਾਨਾਂ, ਬਾਕੀ ਲੱਗੇ ਹੋਏ ਖੋਖੇ ਬਿਲਕੁਲ ਉਸੇ ਤਰ੍ਹਾਂ ਨੇ। ਇਸ ਦੇ ਉੱਤੇ ਪੁੱਡਾ ਦੇ ਇੱਕ JE ਦੇ ਉੱਤੇ ਦੋਸ਼ ਲੱਗਦੇ ਨੇ ਬਈ JE ਸਾਹਿਬ ਆਉਂਦੇ ਨੇ JCB ਲੈ ਕੇ ਤੇ ਇਹਨੂੰ ਤੋੜ ਭੰਨ ਕਰਕੇ ਇਹਦੀ ਚਲੇ ਜਾਂਦੇ ਨੇ। ਉਹ ਸਾਹਮਣੇ ਤੁਸੀਂ ਦੇਖ ਲਓ ਖੋਖਾ, ਉਹ ਵੀ ਉਵੇਂ ਹੀ ਪਿਆ। ਇਹਦੇ ਨਾਲ ਲੱਗਦੇ ਕੁਛ ਕੈਬਿਨ ਨੇ, ਉਹ ਵੀ ਬਿਲਕੁਲ ਠੀਕ ਨੇ, ਆਪਣੀਆਂ ਦੁਕਾਨਾਂ ਹਰ ਕੋਈ ਕਰ ਰਿਹਾ ਹੈ, ਪਰ ਸਿਰਫ ਇਸੇ ਕੈਬਿਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ, ਕਿਹਦਾ ਹੈਗਾ ਇਹ ਆਪਾਂ ਗੱਲਬਾਤ ਕਰਦੇ ਹਾਂ ਬਾਈ ਜੀ ਹੋਰਾਂ ਦੇ ਨਾਲ। ਆਓ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਸਿੰਘ ਜੀ, ਜੋ ਮੈਂ ਉੱਥੋਂ ਗੱਲਾਂ ਬੋਲੀਆਂ, ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਉਸ ਹਿਸਾਬ ਨਾਲ ਮੈਂ ਦੱਸਿਆ ਵੀ ਇਹ ਕੈਬਿਨ ਇੱਕ JE ਸਾਹਿਬ ਪੁੱਡਾ ਤੋਂ ਜਿਹੜੇ ਹੈਗੇ ਨੇ ਉਹ ਤੋੜ ਕੇ ਜਾਂਦੇ ਨੇ, ਕੀ ਦਰੁਸਤ ਹੈ? ਹਾਂਜੀ ਬਿਲਕੁਲ ਜੀ, ਹਾਂ, ਕਿਉਂਕਿ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ, ਉਹ ਕਹਿੰਦੇ ਅਸੀਂ ਤੋੜ ਕੇ ਗਏ ਆ ਜੀ। ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਇੱਥੇ ਕਾਹਦੀ ਦੁਕਾਨ ਖੋਲ੍ਹਣੀ ਸੀ? ਕੀ ਤੁਸੀਂ ਕੋਈ ਪਰਮਿਸ਼ਨ ਲਈ ਕਿ ਇਹਨੂੰ ਫਿਕਸ ਕੀਤਾ ਹੋਇਆ ਸੀ ਜਾਂ ਕਿਉਂ ਰੱਖਿਆ ਸੀ ਇੱਥੇ ਇਹ? ਨਹੀਂ ਭਾਜੀ, ਕੋਈ ਫਿਕਸ ਨਹੀਂ ਕੀਤਾ ਹੋਇਆ, ਇਦਾਂ ਹੀ ਪਿਆ ਸੀਗਾ ਜੀ ਇਹ। ਹਾਂ, ਕੋਈ ਫਿਕਸ ਨਹੀਂ ਸੀ ਕੀਤਾ, ਇਦਾਂ ਹੀ ਰੱਖਿਆ ਸੀਗਾ। ਅਸੀਂ ਚੱਕ ਕੇ ਲੈ ਕੇ ਜਾਣਾ ਸੀਗਾ, ਖਰੀਦ ਕੇ ਸਿਰਫ ਰੱਖਿਆ ਹੋਇਆ ਸੀ ਇਹ। ਅੱਜ ਰੱਖਿਆ, ਦੂਜੇ ਦਿਨ ਆ ਕੇ ਤੋੜ ਗਏ ਜੀ। ਇਹ ਖਰੀਦ ਕੇ ਮਤਲਬ ਕਿ ਕਿੱਥੋਂ ਖਰੀਦਿਆ ਤੁਸੀਂ? ਇੱਥੋਂ ਹੀ ਖਰੀਦਿਆ ਸੀਗਾ, ਕਰਿਆਨੇ ਦੀ ਦੁਕਾਨ ਕਰੀ ਹੋਈ ਸੀਗੀ, ਉਹ ਪਿੱਛੇ ਹੀ ਰੱਖਿਆ ਹੋਇਆ ਸੀਗਾ। ਬੰਦੇ ਨੇ ਪਿੱਛੇ ਹੀ ਕਰਿਆਨੇ ਦੀ ਦੁਕਾਨ ਕੀਤੀ ਹੋਈ ਸੀ, ਉਹ ਤੋਂ ਖਰੀਦ, ਇਹ ਖੇਤ ਵਿੱਚੇ ਪਿਆ ਸੀਗਾ, ਉੱਥੋਂ ਖਰੀਦ ਕੇ ਇੱਧਰ ਰੱਖਿਆ ਸੀ ਲੈ ਕੇ ਜਾਣੇ ਵਾਸਤੇ, ਵੀ ਹੈਡਰੇ ਨਾਲ ਚੱਕ ਕੇ ਲੈ ਜੂਗੇ ਜੀ ਅਸੀਂ। ਇਹ ਫਿਰ ਹੋ ਸਕਦਾ ਹੈ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਤੁਸੀਂ ਰੱਖਤਿਆ, ਉਹਨਾਂ ਨੇ ਪੁੱਡਾ ਨੂੰ ਗਾਹਾਂ ਸ਼ਿਕਾਇਤ ਕਰਤੀ ਹੋਵੇ ਡਾਕਟਰ ਸਾਹਿਬ ਨੇ, ਜਿਹੜੇ ਤੁਸੀਂ ਡਾਕਟਰ ਸਾਹਿਬ ਦੀ ਗੱਲ ਕਰਦੇ ਹੋ ਵੀ ਇਹ ਕਿਸੇ ਡਾਕਟਰ ਦੀ ਜ਼ਮੀਨ ਹੈ। ਡਾਕਟਰ ਦੀ ਜ਼ਮੀਨ ਹੈ ਜੀ? ਹਾਂਜੀ, ਡਾਕਟਰ ਦੀ ਜ਼ਮੀਨ ਹੈ। ਤੇ ਹੋ ਸਕਦਾ ਉਹਨਾਂ ਨੇ ਅੱਗੇ ਪੁੱਡਾ ਨੂੰ ਸ਼ਿਕਾਇਤ ਕੀਤੀ ਹੋਵੇ ਬਈ ਮੇਰੀ ਜ਼ਮੀਨ ਦੇ ਵਿੱਚ ਕੋਈ ਭਾਈ ਖੋਖਾ ਰੱਖ ਗਿਆ, ਇਹਨੂੰ ਤੋੜ ਕੇ ਜਾਓ, ਤਾਂ ਤੋੜਿਆ ਹੋਵੇ। ਨਹੀਂ, ਡਾਕਟਰ ਸਾਹਿਬ ਤੋਂ ਤਾਂ ਪਰਮਿਸ਼ਨ ਲੈ ਕੇ ਰੱਖਿਆ ਜੀ, ਡਾਕਟਰ ਸਾਹਿਬ ਨੂੰ ਪੁੱਛ ਕੇ ਰੱਖਿਆ ਜੀ। ਉਹ ਕਹਿੰਦੇ ਰੱਖ ਲਓ, ਕੋਈ ਨਹੀਂ, ਜਦ ਤੁਸੀਂ ਜੀ ਕਰਦਾ ਜਾਂ ਚੱਕ ਲੈ ਜੀ। ਅੱਛਾ, ਡਾਕਟਰ ਸਾਹਿਬ ਤੋਂ ਪੁੱਛ ਕੇ ਰੱਖਿਆ ਜੀ। ਤੁਸੀਂ ਕੰਮ ਕੀ ਕਰਦੇ ਹੋ? ਮੈਂ ਫਾਸਟ ਫੂਡ ਦਾ ਕੰਮ ਕਰਦਾ ਜੀ, ਆ ਸਾਹਮਣੇ ਕਾਊਂਟਰ ਹੈ ਜੀ। ਇੱਥੇ 10-10 ਰੁਪਏ 20-20 ਰੁਪਏ ਇਕੱਠੇ ਕਰਕੇ ਮੈਂ ਇਹ ਖੋਖਾ ਲਿਆ ਸੀਗਾ ਜੀ। ਕਿੰਨੇ ਦਾ ਲਿਆ ਸੀ ਜੀ? 40,000 ਦਾ ਲਿਆ ਸੀਗਾ ਜੀ। ਤੇ ਫਿਰ ਇਹ ਕੌਣ ਹੁਣ ਉਹ ਜਿਹੜਾ ਅਫਸਰ ਦੇਖ ਕੇ ਗਿਆ, ਇਹ ਤੋੜ ਕੇ ਗਿਆ, ਉਹਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ? ਗੱਲਬਾਤ ਹੋਈ, ਉਹ ਕਹਿੰਦੇ ਅਸੀਂ ਤੋੜ ਕੇ ਗਏ ਜੀ। ਮੈਂ ਕਿਹਾ ਕਿਉਂ ਤੋੜ ਕੇ ਗਏ ਜੀ? ਕਹਿੰਦੇ ਖਾਲੀ ਪਿਆ ਸੀਗਾ ਤਾਂ ਤੋੜਦਾ ਜੀ। ਮੈਂ ਕਿਹਾ ਬਾਕੀ ਦੁਕਾਨਾਂ ਖਾਲੀ ਪਈਆਂ ਜੀ, ਉਹ ਤੋੜ ਦਿੰਦੇ ਜੀ। ਖੋਖੇ ਨਾਲ ਤੋੜਨ ਦੀ ਪਰਮਿਸ਼ਨ ਨਹੀਂ ਹੈਗੀ ਸਰਕਾਰੀ। ਇੱਟਾਂ ਦੀ ਉਸਾਰੀ ਹੋ ਰਹੀ ਆ ਆਲੇ ਦੁਆਲੇ, ਉਹ ਤੋੜ ਦੋ। ਕਿੰਨੀਆਂ ਨਜਾਇਜ਼ ਕਲੋਨੀਆਂ ਜੀ, ਕਿਸੇ ਕੋਲ ਪਰਮਿਸ਼ਨ ਨਹੀਂ ਹੈਗੀ। ਕਹਿੰਦਾ ਤੁਹਾਡੇ ਕੋਲ ਪਰਮਿਸ਼ਨ ਹੈ? ਮੈਂ ਕਿਹਾ ਪਰਮਿਸ਼ਨ ਤਾਂ ਮੈਂ ਤਾਂ ਲੰਦਾ ਜੀ ਵੀ ਜੇ ਮੈਂ ਉਰੇ ਦੁਕਾਨ ਕਰਨੀ ਹੁੰਦੀ, ਮੈਂ ਤਾਂ ਚੱਕ ਕੇ ਲੈ ਕੇ ਜਾਣਾ ਸੀ। ਡਾਕਟਰ ਸਾਹਿਬ ਨੂੰ ਪੁੱਛ ਕੇ ਰੱਖਿਆ। ਅੱਜ ਤੁਸੀਂ ਰੱਖਿਆ, ਦੂਜੇ ਦਿਨ ਇਹ ਤੋੜ ਗਏ। ਫਿਰ ਪੁੱਡਾ ਦਾ ਇੱਕ ਅਸੂਲ ਹੈ, ਕਾਨੂੰਨ ਹੈ, ਜਿਹੜਾ ਕਹਿੰਦਾ ਵੀ ਜੇ ਨਜਾਇਜ਼ ਉਸਾਰੀ ਹੋ ਰਹੀ ਹੈ ਜਾਂ ਨਜਾਇਜ਼ ਚੀਜ਼ ਰੱਖੀ ਗਈ ਹੈ, ਪਹਿਲਾਂ ਉਹਦਾ ਪਤਾ ਲਗਾਇਆ ਜਾਂਦਾ ਵੀ ਇਹਦਾ ਮਾਲਕ ਕੌਣ ਹੈ। ਫਿਰ ਉਹਨੂੰ ਇੱਕ ਨੋਟਿਸ ਕੱਢਿਆ ਜਾਂਦਾ, ਮਹੀਨੇ ਦਾ, ਹਫ਼ਤੇ ਦਾ ਟਾਈਮ ਦਿੱਤਾ ਜਾਂਦਾ ਬਈ ਭਾਈ ਕਾਰਨ ਦੱਸੋ। ਨੋਟਿਸ ਕੱਢਿਆ ਜਾਂਦਾ, ਤੁਹਾਨੂੰ ਪਹਿਲਾਂ ਕੱਢਿਆ ਹੋਣਾ, ਫਿਰ ਕੀਤਾ ਹੋਣਾ ਤੁਹਾਡੇ ਨਾਲ ਇਹ ਕਾਰਾ? ਨਹੀਂ ਭਾਜੀ, ਮੈਨੂੰ ਕੋਈ ਨੋਟਿਸ ਨਹੀਂ ਆਇਆ ਜੀ। ਕੋਈ ਪੁੱਛ ਪੜਤਾਲ ਵੀ ਨਹੀਂ ਕਰੀ। ਆਲੇ ਦੁਆਲੇ ਦੁਕਾਨਾਂ ਵਾਲਿਆਂ ਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਜੀ ਵੀ ਕਿਹਦਾ ਹੈਗਾ ਕਿਹਦਾ ਨਹੀਂ ਹੈਗਾ ਜੀ। ਸਿੱਧਾ ਆ ਕੇ JCB ਚਲਾਤੀ ਉਹਨਾਂ ਨੇ। ਤੁਸੀਂ ਕਿੱਥੇ ਸੀ ਉਦੋਂ ਜਦੋਂ JCB ਚਲਾਈ ਹੈ? ਮੈਂ ਘਰ ਆਪਣਾ ਸਮਾਨ ਤਿਆਰ ਕਰ ਰਿਹਾ ਸੀਗਾ ਜੀ, ਸ਼ਾਮ ਨੂੰ ਕਾਊਂਟਰ ਲਾਉਣ ਵਾਸਤੇ ਜੀ। ਕਾਊਂਟਰ ਕਿੱਥੇ ਲਾਉਂਦੇ ਹੋ ਤੁਸੀਂ? ਆਹ ਸਾਹਮਣੇ ਹੈ ਜੀ। ਕਾਊਂਟਰ ਵੀ ਦਿਖਾਓ ਬਾਈ ਜੀ ਹੋਰਾਂ ਦਾ।
ਕਿਸ ਨਾਮ ਤੋਂ ਆ ਜੀ ਤੁਹਾਡਾ? ਸਿੰਘ ਫਾਸਟ ਫੂਡ ਹੈ ਜੀ। ਇਹ ਦੇਖੋ ਜੀ, ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਵੀ ਸਰਕਾਰਾਂ ਨੇ ਨੌਕਰੀ ਦੇਣ ਦੇ ਵਾਅਦੇ ਕੀਤੇ ਸੀ, ਪਰ ਵਾਅਦੇ ਵਫਾ ਨਹੀਂ ਹੋਏ, ਜਿਸ ਕਰਕੇ ਅੱਜ ਧੜੇਬੰਦੀ ਵੀ ਸਰਕਾਰਾਂ ਦੇ ਆਪਣੇ ਹੀ ਬੰਦੇ ਕਰ ਰਹੇ ਨੇ ਤੇ ਯਾਦ ਕਰਾ ਰਹੇ ਨੇ ਵੀ ਭਾਈ ਵਾਅਦੇ ਕੀਤੇ ਸੀ, ਪੂਰੇ ਨਹੀਂ ਹੋਏ। ਹੁਣ ਸਾਨੂੰ ਕਹਿਣਾ ਪੈ ਰਿਹਾ ਵੀ ਇਹ ਵਾਅਦੇ ਪੂਰੇ ਕਰਨੇ ਚਾਹੀਦੇ ਆ, ਜੋ ਅਸੀਂ ਵਾਅਦੇ ਕੀਤੇ ਸੀ। ਪਰ ਜਦੋਂ ਵਾਅਦੇ ਪੂਰੇ ਨਹੀਂ ਹੋਏ ਤਾਂ ਨੌਕਰੀਆਂ ਨਹੀਂ ਮਿਲੀਆਂ, ਤਾਂ ਜਿਹੜੇ ਵਿਚਾਰੇ ਨੌਜਵਾਨ ਨੇ, ਬੇਰੁਜ਼ਗਾਰ ਨੇ, ਤਾਂ ਉਹਨਾਂ ਨੇ ਆਪਣਾ ਕੰਮ ਤਾਂ ਕਰਨਾ। ਇੱਕ ਪਾਸੇ ਸਰਕਾਰ ਨਹੀਂ ਜੀਣ ਦੇ ਰਹੀ, ਦੂਜੇ ਪਾਸੇ ਸਰਕਾਰੀ ਅਫਸਰ ਨਹੀਂ ਜੀਣ ਦੇ ਰਹੇ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ, ਜੇਈ ਸਾਹਿਬ ਨੂੰ ਫੋਨ ਕਰਦੇ ਹਾਂ ਆਪਾਂ। ਤੁਹਾਡੇ ਨਾਲ ਗੱਲਬਾਤ ਹੋਈ ਹੈ ਜਦੋਂ ਜੇਈ ਸਾਹਿਬ ਦੀ, ਉਹ ਕਦੋਂ ਹੋਈ ਹੈ ਜੀ? ਭਾਜੀ ਪਰਸੋਂ ਹੋਈ ਹੈ ਜੀ ਗੱਲ ਜੀ। ਪਰਸੋਂ ਤੋੜ ਕੇ ਗੱਲ, ਹਾਂ ਜਿਸ ਦਿਨ ਤੋੜ ਕੇ ਗਏ ਉਸ ਦਿਨ ਹੋਈ ਹੈ ਜੀ। ਪਰਸੋਂ ਹੀ ਹੋਈ ਹੈ ਜੀ। ਕਿੰਨੇ ਬੰਦੇ ਆਏ ਸੀਗੇ ਜੀ? ਪਤਾ ਨਹੀਂ ਭਾਜੀ ਕਿੰਨੇ ਬੰਦੇ ਸੀਗੇ, ਅਸੀਂ ਘਰੇ ਸੀਗੇ ਜੀ। ਇੱਥੇ ਪੁੱਛਿਆ ਜੀ, ਕਹਿੰਦੇ 3 ਗੱਡੀਆਂ ਸੀਗੀਆਂ ਜੀ, ਇੱਕ ਬਲੈਰੋ ਗੱਡੀ ਸੀ, JCB ਸੀ, ਇੱਕ ਕੈਂਟਰ ਸੀਗੀ ਜੀ। ਅੱਛਾ ਭਾਜੀ ਤੋੜ ਕੇ ਆ ਕੇ ਫਟਾਫਟ ਲੰਘ ਗਏ ਜੀ। ਉਹ ਦੋ ਤਿੰਨ ਬੂਮ ਮਾਰੇ, ਗੱਡੀਆਂ ਭਜਾ ਕੇ ਲੰਘ ਗਏ ਜੀ। ਇੱਥੇ ਕੋਈ ਗਵਾਹ ਕੋਈ ਨੇੜੇ ਤੇੜੇ ਹੈਗਾ ਕੋਈ? ਦੁਕਾਨਾਂ ਵਾਲੇ ਸੀਗੇ ਭਾਜੀ ਇੱਥੇ ਜੀ। ਇਹਨਾਂ ਨੇ ਦੱਸਿਆ ਜੀ ਵੀ ਉਹ ਤੋੜ ਕੇ 1 ਮਿੰਟ ਚਲੇ ਗਏ। ਆ ਨਾਲ ਸੀਗਾ ਬਾਈ, ਇਹ ਕਹਿੰਦਾ ਮੈਂ ਡਰ ਗਿਆ ਜੀ ਵੀ ਮੇਰਾ ਨਾ ਤੋੜ ਦੇਣਾ ਜੀ। ਅੱਛਾ ਬਾਈ ਜੀ, ਆਇਓ ਜੀ 1 ਮਿੰਟ। ਕਿਹੜੇ ਜੀ? ਸੋ ਜ਼ਰੂਰ ਇੱਕ ਵਾਰ ਖੋਖਾ ਦਿਖਾ ਦਿਓ। ਉਦੋਂ ਤੱਕ ਮੈਂ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜੇਈ ਸਾਹਿਬ ਨੂੰ, ਜਿਹੜੇ ਫੋਨ ਨਹੀਂ ਚੱਕ ਰਹੇ। 2-3 ਵਾਰ ਮੈਂ ਕਾਲ ਕੀਤੀ ਇਹਨਾਂ ਨੂੰ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਟੁੱਟੇ ਹੋਏ ਖੋਖੇ ਦੀਆਂ, ਟੁੱਟੇ ਹੋਏ ਕੈਬਿਨ ਦੀਆਂ। ਹੈਲੋ ਹਾਂਜੀ ਮਨਕੂ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੇਈ ਸਾਹਿਬ ਹਾਂਜੀ ਠੀਕ ਹੋ ਜੀ? ਵਧੀਆ ਜੀ। ਪਰ ਜਿਹੜੇ ਲੋਕਾਂ ਦਾ ਖੋਖਾ ਟੁੱਟਿਆ ਜੀ, ਉਹ ਠੀਕ ਨਹੀਂ ਹੈ ਸਰ। ਮੈਂ ਜਗਦੀਪ ਸਿੰਘ ਥਲੀ ਗੱਲ ਕਰ ਰਿਹਾ ਜੀ, ਪੰਜਾਬੀ ਲੋਕ ਚੈਨਲ ਤੇ। ਇਸ ਵੇਲੇ ਜੀ ਮੈਨੂੰ ਜਿਹੜੀ ਸ਼ਿਕਾਇਤ ਮਿਲੀ ਸੀਗੀ ਜੀ ਸੋਹੜਾਂ ਤੋਂ, ਤੇ ਤੁਹਾਡੇ ਉੱਤੇ ਦੋਸ਼ ਲਗਾਏ ਗਏ ਆ ਜੀ ਵੀ ਤੁਸੀਂ ਖੋਖਾ ਤੋੜ ਗਏ ਹੋ। ਇਸ ਗਰੀਬ ਨੇ ਜੀ, ਇਹਨਾਂ ਦਾ ਕਹਿਣਾ ਵੀ ਮੈਂ ਖੋਖਾ ਸਿਰਫ ਰਿਪੇਅਰ ਲਈ ਰੱਖਿਆ ਸੀ, ਪਰ ਮੇਰੇ ਖੋਖੇ ਦੇ ਉੱਤੇ ਤੁਹਾਡੀ JCB ਚਲਾ ਦਿੱਤੀ ਗਈ ਹੈ ਜੀ ਜੇਈ ਸਾਹਿਬ। ਤੇ ਕਾਰਨ ਦੱਸੋ, ਨੋਟਿਸ ਕਿਸੇ ਤਰ੍ਹਾਂ ਦਾ ਨਹੀਂ ਭੇਜਿਆ ਗਿਆ, ਦੱਸੋਗੇ ਜੀ ਕਿਉਂ ਤੋੜਿਆ ਗਿਆ ਜੀ? ਸਰ ਉਹ ਇਲੀਗਲ ਸੀ। ਹਾਂਜੀ ਸਰ, ਨੋਟਿਸ ਦਿੱਤਾ ਸੀ ਜੀ। ਆਪ ਸਰ ਆਹ ਦੇਖੋ ਜੀ, ਲਓ। ਬਿਲਕੁਲ ਨੋਟਿਸ ਨਹੀਂ ਦਿੱਤਾ ਜੀ। ਅੱਜ ਰੱਖਿਆ, ਦੂਜੇ ਦਿਨ ਤੋੜ ਗਏ ਜੀ। ਕੋਈ ਨੋਟਿਸ ਨਹੀਂ ਦਿੱਤਾ ਜੀ। ਇੱਥੇ ਸਰ ਸਾਰਿਆਂ ਨੂੰ ਨੋਟਿਸ ਦਿੱਤਾ ਹੋਇਆ ਇਹਨਾਂ ਨੂੰ, ਜਿਹੜੇ ਖੋਖੇ ਨਹੀਂ ਸਰ, ਸਾਰਿਆਂ ਨੂੰ ਠੀਕ ਹੈ ਜੀ, ਮੰਨਦੇ ਆ। ਫਿਰ ਸਾਰੇ ਨਹੀਂ ਟੁੱਟੇ, ਔਰ ਜਿਹੜਾ ਇੱਕ ਸਾਰੇ ਟੁੱਟਣਗੇ, ਉਹ ਸਰ ਸਾਰੇ ਟੁੱਟਣਗੇ, ਜਿਹੜੇ ਖੋਖੇ ਹੈਗੇ ਉਹ ਸਾਰੇ ਟੁੱਟਣਗੇ। ਪਰ ਸਰ ਜਿਹੜਾ ਇੱਕ ਦਿਨ ਖੋਖਾ ਰੱਖਿਆ ਜਾਂਦਾ ਹੈ, ਉਹ ਬੰਦਾ ਕਹਿ ਰਿਹਾ ਵੀ ਮੈਂ ਰਿਪੇਅਰ ਲਈ, ਉਹ ਬੰਦੇ ਦੀ ਪਰਮਿਸ਼ਨ ਤੋਂ। ਜੇ ਨਵਾਂ ਖੋਖਾ ਵੀ ਰੱਖਿਆ ਜਾਂਦਾ ਤਾਂ ਉਹਦੀ ਵੀ ਨੋਟਿਸ, ਕਾਰਨ ਦੱਸੋ। ਨੋਟਿਸ ਤਾਂ ਰੱਖਣਾ ਦੇਣਾ ਚਾਹੀਦਾ ਨਾ ਜੀ, ਮਾਲਕ ਤਾਂ ਖੋਖੇ ਦਾ ਇਹ ਹੈ ਜੀ। ਮੈਂ ਉਹੀ ਕਹਿ ਰਿਹਾ, ਜਿੰਨੇ ਜ਼ਮੀਨ ਹੈ ਨਾ ਉਹਨਾਂ ਨੂੰ ਨੋਟਿਸ ਜਾਂਦਾ ਹੁੰਦਾ ਜੀ। ਹਾਂਜੀ, ਜਿੰਨੇ ਜ਼ਮੀਨ ਆ ਉਹਦੇ ਨਾਮ ਤੇ ਨੋਟਿਸ ਜਾਊਗਾ ਨਾ। ਹਾਂਜੀ, ਉਹਨਾਂ ਨੂੰ ਨੋਟਿਸ ਗਿਆ ਹੋਇਆ, ਨੋਟਿਸ ਉਹਨਾਂ ਨੂੰ ਜੀ। ਹਾਂਜੀ, ਤੇ ਉਹਨਾਂ ਨਾਲ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ, ਉਹ ਕਹਿੰਦੇ ਮੈਨੂੰ ਨੋਟਿਸ ਆਇਆ ਹੋਇਆ। ਡਾਕਟਰ ਸਾਹਿਬ ਕਹਿੰਦੇ ਵੀ ਮੈਂ ਉਹਦਾ ਜਿਹੜਾ ਰੀਜ਼ਨ, ਉਹਨਾਂ ਨੇ ਜਿਹੜਾ ਰੀਜ਼ਨ ਦਿੱਤਾ ਸੀ ਉਹ ਵੀ ਉਹਨਾਂ ਦਾ ਉਹ ਕਰਤਾ, ਮਤਲਬ ਉਹਨਾਂ ਨੂੰ ਡੈਮੋਲੀਸ਼ਨ ਨੋਟਿਸ ਲੱਗ ਰਿਹਾ। ਇਹ ਇਹਨਾਂ ਨੇ ਨਵੀਂ ਐਸੀ ਉਹਦੇ ਰੁਕਵਾ ਕੇ ਵੀ ਆਈ ਸੀ, ਇਹਨਾਂ ਦਾ ਸਟਰਕਚਰ ਵੀ ਤੁਸੀਂ ਨਾ ਬਣਾਓ, ਇਹ ਅੱਗੇ ਤੋਂ ਅੱਗੇ ਹੋਰ ਬਣਾਈ ਜਾ ਰਿਹਾ ਤਾਂ ਕਿ ਹੈਲੋ ਹਾਂਜੀ ਬੋਲੋ ਜੀ। ਤਾਂ ਕਿ ਫਰਦਰ ਕੰਸਟਰਕਸ਼ਨ ਨਾ ਹੋਵੇ, ਤਾਂ ਕਿ ਵੀ ਮਤਲਬ ਜਿਹੜੇ ਹੁਣ ਕਿਰਾਏ ਤੇ ਜਾਣਗੇ ਉਹ ਤਾਂ ਖਾਲੀ ਕਰਾ ਕੇ ਫੇਰ ਟੁੱਟਣਗੇ ਨਹੀਂ। ਪਰ ਸਰ ਹੁਣ ਇਸ ਗਰੀਬ ਦਾ ਤੁਸੀਂ ਇਹ ਦੱਸੋ ਜੀ ਬਈ ਹੁਣ, ਕਿਉਂਕਿ ਜੇ ਤੁਸੀਂ ਤੋੜਨ ਵੀ ਆਏ ਤਾਂ ਡਾਕਟਰ ਨੂੰ ਪਹਿਲਾਂ ਕਹਿੰਦੇ ਨਾ, ਪਹਿਲਾਂ ਦੱਸ ਦਿੰਦੇ ਬਈ ਭਾਈ ਤੇ ਤੂੰ ਨਵਾਂ ਰੱਖਿਆ। ਮੇਰੀ ਗੱਲ ਸੁਣੋ, ਨੋਟਿਸ ਆਪਾਂ ਕਿਸ ਲਈ ਦਿੰਨੇ ਆ? ਸ਼ੋਬਸ ਨੋਟਿਸ ਵਗੈਰਾ ਸਾਰੀ ਚੀਜ਼ ਕਿਸ ਲਈ ਦਿੰਨੇ ਆਪਾਂ? ਹਾਂਜੀ, ਆਪਾਂ ਇਨਫੋਰਮ ਕਰਨ ਵਾਸਤੇ ਨਾ ਇਹਨਾਂ ਨੂੰ ਪਹਿਲਾਂ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਵੀ ਇਹਨਾਂ ਨੂੰ ਰੋਕ ਕੇ ਗਏ ਸੀ, ਇੱਥੇ ਕੰਸਟਰਕਸ਼ਨ ਨਾ ਕਰੋ, ਇਹ ਇਲੀਗਲ ਹੈ, ਤੁਸੀਂ ਪਰਮਿਸ਼ਨ ਲੈ ਕੇ ਕਰੋ। ਉਹਨਾਂ ਤੋਂ ਡਾਕਟਰ ਸਾਹਿਬ ਤੋਂ ਪੁੱਛੋ ਉਹਨਾਂ ਨੂੰ ਰੋਕ ਕੇ ਗਏ ਸੀ ਜਾਂ ਨਹੀਂ ਰੋਕ ਕੇ ਗਏ ਸੀ। ਕਦੋਂ ਰੋਕ ਕੇ ਗਏ ਹੋ ਸਰ? ਮੇਰੀ ਗੱਲ ਸੁਣੋ, ਉਹਨਾਂ ਨੇ ਅੱਗੇ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਨਾ ਵੀ ਤੁਸੀਂ ਕੰਸਟਰਕਸ਼ਨ ਨਾ ਕਰੋ, ਇਲੀਗਲ ਹੈ, ਟੁੱਟਣੇ। ਸਰ ਇਹ ਕਹਿੰਦੇ ਕੰਸਟਰਕਸ਼ਨ ਤਾਂ ਕਰਿਓ ਨਹੀਂ, ਸਿਰਫ ਇੱਥੇ ਹੀ ਖੋਖਾ ਪਿਆ ਸੀ ਜੀ ਕਹਿੰਦੇ। ਖੋਖੇ ਦੀ ਕੰਸਟਰਕਸ਼ਨ ਨਹੀਂ ਹੈ ਜੀ। ਨਹੀਂ ਇਹ ਦੇਖਦੇ ਲਓ ਤੇ ਕਿੰਨੀ ਵੱਡੀ ਮਾਰਕੀਟ ਬਣ ਰਹੀ ਹੈ। ਉਹ ਸਰ ਇਹਨਾਂ ਦਾ ਕਹਿਣਾ ਹੈ ਜੀ ਵੀ ਅਸੀਂ ਇਹਨੂੰ ਫਿਕਸ ਨਹੀਂ ਕੀਤਾ ਹੋਇਆ ਸੀ, ਨਾ ਕੋਈ ਨਟ ਬੋਲਟ ਸੀ, ਰਿਪੇਅਰ ਕਰਨੀ ਸੀ। ਫਿਕਸ ਕੀਤਾ ਹੋਇਆ ਸੀ, ਤੁਸੀਂ ਉੱਥੇ ਦੇਖੋਗੇ ਮੇਰੇ ਕੋਲ ਫੋਟੋਆਂ ਵੀ ਪਈਆਂ ਨੇ।
ਇਹ ਕਹਿੰਦੇ ਫਿਕਸ ਕੀਤਾ ਹੋਇਆ ਸੀ ਤੁਸੀਂ। ਭਾਜੀ ਤੁਸੀਂ ਆਪਣੇ ਆਪ ਦੇਖ ਲਓ ਕਿੰਨਾ ਕਿਹੜਾ ਫਿਕਸ ਕੀਤਾ ਹੋਇਆ, ਐਦਾਂ ਹੀ ਪਿਆ ਜੀ ਖੋਖਾ, ਕੋਈ ਫਿਕਸ ਨਹੀਂ ਕੀਤਾ ਹੋਇਆ। ਜਦੋਂ ਆ ਮਾਰਕੀਟ ਬਣੀ ਹੈ, ਕਿੰਨੀਆਂ ਦੁਕਾਨਾਂ ਬਣਦੀਆਂ, ਇੱਟਾਂ ਦੀ ਉਸਾਰੀ ਹੋ ਰਹੀ ਹੈ, ਉਹਨੂੰ ਕੋਈ ਨਹੀਂ ਆ ਕੇ ਰੋਕ ਰਿਹਾ ਜੀ, ਪਰ ਇਹ ਕੋਈ ਫਿਕਸ ਨਹੀਂ ਕੀਤਾ। ਹਾਂਜੀ 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 ਜੀ ਜੈ ਸਾਹਿਬ। ਹਾਂਜੀ ਸਰ, ਤੁਸੀਂ ਉੱਥੇ ਦੇਖਿਆ ਹੋਰ ਵੀ ਉੱਥੇ ਫਿਰ ਜੈ ਸਾਹਿਬ ਇਹ ਕਹਿੰਦੇ, ਫਿਰ ਇਹ ਇੱਕ ਗੱਲ ਹੋਰ ਕਹਿ ਰਹੇ ਨੇ ਜੀ, ਇਹ ਕਹਿੰਦੇ ਚਲੋ ਸਾਡਾ ਤਾਂ ਟੁੱਟ ਗਿਆ, ਕੋਈ ਗੱਲ ਨਹੀਂ ਬਈ, ਜਿੱਥੇ ਜਿੱਥੇ ਨਜਾਇਜ਼ ਉਸਾਰੀਆਂ ਬਈ। ਉਹਦੇ ਸਾਹਮਣੇ ਸਰ, ਜੇ ਸਾਹਮਣੇ ਇੱਕ ਹੋਰ ਕਲੋਨੀ, ਉੱਥੇ ਵੀ ਅਸੀਂ ਕਾਰਵਾਈ ਕਰਕੇ ਆਏ ਹਾਂ, ਤੁਸੀਂ ਦੇਖਿਆ ਹੋਣਾ ਉਧਰਲੀ ਸਾਈਡ। ਨਹੀਂ ਫਿਰ ਇਹ ਕਹਿੰਦੇ ਜਿਨ੍ਹਾਂ ਦੀ ਸਾਨੂੰ ਲੱਗਦਾ ਵੀ ਪੈਸਾ ਚੜਿਆ ਹੋਇਆ ਜੀ ਉੱਪਰ 2 ਨੰਬਰ ਦਾ, ਵੀ ਹੋਈਆਂ ਨਹੀਂ। ਨਹੀਂ ਸਰ, ਐਜਾ ਕੁਝ ਨਹੀਂ ਹੈਗਾ, ਉਹਨਾਂ ਦੇ ਸਾਰਿਆਂ ਤੇ ਆਪਾਂ ਨੋਟਿਸ ਦਿੱਤੇ ਹੋਏ ਨੇ, ਉਹਨਾਂ ਤੇ FIR ਵੀ ਹੋ ਰਹੀਆਂ ਨੇ। ਉਹ ਸਾਰਿਆਂ ਤੇ ਆਪਾਂ ਡੈਮੋਲੇਸ਼ਨ ਵੀ ਹੋ ਰਿਹਾ। ਹੁਣ ਸਾਹਮਣੇ ਆਪਾਂ ਨੇ ਇੱਥੇ ਕਲੋਨੀ ਦੀ ਡੈਮੋਲੇਸ਼ਨ ਵੀ ਕੀਤੀ ਹੈ, ਇਹਨਾਂ ਨੇ ਖੋਖਾ ਤੋੜਨ ਤੋਂ ਪਹਿਲਾਂ ਉੱਥੇ ਕਲੋਨੀ ਦੀ ਡੈਮੋਲੇਸ਼ਨ ਵੀ ਕਰਕੇ ਆਏ ਆ, ਇਹ ਦੇਖਿਆ ਹੋਣਾ ਉੱਥੇ। ਤੇ ਫਿਰ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਇਹ, ਕਿਉਂਕਿ ਗਰੀਬ ਦਾ ਤਾਂ ਸਰ ਚੁੱਲ੍ਹਾ ਗਿਆ। ਜ਼ਿੰਮੇਵਾਰ ਸਰ ਡਾਕਟਰ ਸਾਹਿਬ ਨੇ, ਡਾਕਟਰ ਨੇ ਇਹਨਾਂ ਨੂੰ ਮਨਾ ਕਿਉਂ ਨਹੀਂ ਕੀਤਾ ਬਣਾਉਣ ਤੋਂ ਪਹਿਲਾਂ? +91 ਨਹੀਂ ਜਿਹੜੀਆਂ ਹੋਰ ਇਮਾਰਤਾਂ ਹੈਗੀਆਂ ਸਰ, ਜਿੱਥੇ ਮਨਾ ਕਿਉਂ ਨਹੀਂ ਕਰਦੇ ਵੀ ਇੱਥੇ ਮੈਨੂੰ ਨੋਟਿਸ ਆਇਆ ਹੋਇਆ, ਇਹਨਾਂ ਨੂੰ ਦੱਸਿਆ ਕਿਉਂ ਨਹੀਂ ਮੈਨੂੰ ਨੋਟਿਸ ਆਇਆ ਹੋਇਆ, ਤੁਸੀਂ ਨਾ ਕੰਸਟਰਕਸ਼ਨ ਕਰੋ। ਚਲੋ ਡਾਕਟਰ ਸਾਹਿਬ ਨਾਲ ਵੀ ਮੈਂ ਗੱਲ ਕਰ ਲੈਂਦਾ, ਪਰ ਸਰ ਜਿਹੜੀ ਇਹਨਾਂ ਦੀ ਗੱਲ ਇਹ ਵੀ ਜਾਇਜ਼ ਆ ਵੀ ਜਿਹੜੀਆਂ ਬਹੁਤ ਸਾਰੀਆਂ ਇੱਥੇ ਨਜਾਇਜ਼ ਹੈਗੀਆਂ ਵੀ ਅਸੀਂ ਲੈ ਕੇ ਜਾਂਦੇ ਹਾਂ। ਉੱਥੇ ਕਾਰਵਾਈ ਹੋ ਰਹੀ ਹੈ, ਉਹਨਾਂ ਤੇ ਵੀ FIR ਹੋ ਰਹੀਆਂ ਨੇ, ਡੈਮੋਲੀਸ਼ਨਾਂ ਹੋ ਰਹੀਆਂ ਨੇ, ਤੇ ਆਪਾਂ ਪਹਿਲਾਂ ਨੋਟਿਸ ਦਿੰਨੇ ਆ। ਨੋਟਿਸ ਡਾਕਟਰ ਸਾਹਿਬ ਨੇ ਦਿੱਤਾ, ਡਾਕਟਰ ਸਾਹਿਬ ਨੇ ਮੈਨੂੰ ਐਂ ਸਮਝਿਆ ਨਹੀਂ, ਇਹਨਾਂ ਨੂੰ ਇਨਫੋਰਮ ਕਿਉਂ ਨਹੀਂ ਕਰ ਰਹੇ, ਕੰਸਟਰਕਸ਼ਨ ਕਰੀ ਜਾਂਦੇ ਨੇ। ਡਾਕਟਰ ਸਾਹਿਬ ਨੂੰ ਨੋਟਿਸ ਇਹ ਗਿਆ ਹੋਇਆ ਜੀ ਵੀ ਜੇ ਹੁਣ ਅਗਲੀ ਜਿਹੜੀ ਉਹਨਾਂ ਨੂੰ ਰੋਕ ਕੇ ਆਇਆ ਹੋਇਆ, ਉਹਨਾਂ ਨੂੰ ਬੁਲਾ ਕੇ ਵੀ ਕਿਹਾ ਸੀ, ਮੈਂ ਕਿਹਾ ਹੋਰ ਫਰਦਰ ਕੰਸਟਰਕਸ਼ਨ ਨਾ ਕਰੋ ਤੁਸੀਂ ਇੱਥੇ ਵੀ, ਇੱਥੇ ਡੈਮੋਲੀਸ਼ਨ ਹੋਣੀ ਹੈ। ਉਹ ਫਿਰ ਤੋਂ ਕੰਸਟਰਕਸ਼ਨ ਅੱਗੇ ਕਰ ਰਿਹਾ, ਆਪਾਂ ਰੋਕਾਂਗੇ ਨਾ। ਨਹੀਂ ਸਰ, ਉਹੀ ਮੈਂ ਕਹਿ ਰਿਹਾ ਜੀ ਬਈ ਲਿਖਤੀ ਉਹਨਾਂ ਨੂੰ ਦਿੱਤਾ ਹੋਇਆ ਨੋਟਿਸ, ਬਈ ਜੇ ਕੋਈ ਵੀ ਕੰਸਟਰਕਸ਼ਨ ਨੋਟਿਸ ਦਿੱਤਾ ਹੋਇਆ ਸਰ। ਸਰ ਡੈਮੋਲੀਸ਼ਨ ਨੋਟਿਸ ਲੱਗ ਰਿਹਾ। ਮੇਰੀ ਗੱਲ ਤੇ ਸੁਣੋ ਜੀ, ਉਹਨਾਂ ਨੂੰ ਕੀ ਨੋਟਿਸ ਦੇ ਵਿੱਚ ਇਹ ਲਾਈਨ ਲਿਖੀ ਗਈ ਹੈ ਜੀ ਬਈ ਜੇ ਅਗਲੀ ਕੰਸਟਰਕਸ਼ਨ ਹੋਊਗੀ ਤਾਂ ਬਿਨਾਂ ਦੱਸਿਆ ਤੁਹਾਡੀ ਜਿਹੜੀ ਹੈਗੀ ਇਮਾਰਤ ਤਹਿਸ-ਨਹਿਸ ਕੀਤੀ ਜਾਊਗੀ, ਕਿਉਂਕਿ ਹਰ ਚੀਜ਼ ਦੱਸ ਕੇ ਕਰਦਾ ਨਾ ਪੁੱਡਾ। ਹਾਂ ਸਰ, ਉਹਨਾਂ ਨੂੰ ਸ਼ੋਕਸ ਨੋਟਿਸ ਦਿੱਤਾ, ਉਹਨਾਂ ਤੋਂ ਪੁੱਛੋ ਸੀ ਕੋਈ ਉਹਨਾਂ ਨੂੰ ਦਿੱਤਾ ਜਾਂ ਨਹੀਂ। ਉਹਨਾਂ ਨੂੰ ਬਲਕਿ ਉਹਨਾਂ ਨੇ ਜਵਾਬ ਦਿੱਤਾ ਸੀ। ਮੈਂ ਕਿਹਾ ਵੀ ਇਸ ਵਾਰ ਜਵਾਬ ਤੁਸੀਂ ਕਹਿ ਰਹੇ ਹੋ ਪੁਰਾਣੀਆਂ ਬਣੀਆਂ ਹੋਈਆਂ ਨੇ, ਇਹ ਕੋਈ ਪੁਰਾਣੀ ਨਹੀਂ ਬਣੀਆਂ ਹੋਈਆਂ। ਹਾਂਜੀ, ਉਹਨਾਂ ਦਾ ਜਵਾਬ ਵੀ ਉਹਨਾਂ ਨੇ ਬਸ ਐਂ ਦੇਤਾ। ਉਹਨਾਂ ਨੂੰ ਕਿਹਾ ਸੀ ਉੱਥੇ ਫਰਦਰ ਕੰਸਟਰਕਸ਼ਨ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਪੁੱਛੋ ਉਹਨਾਂ ਨੇ ਕਿਹਾ ਸੀ ਜਾਂ ਨਹੀਂ ਕਿਹਾ ਸੀ, ਉਹ ਫਿਰ ਵੀ ਅੱਗੇ ਕੰਸਟਰਕਸ਼ਨ ਕਰ ਰਹੇ ਆ। ਡਾਕਟਰ ਸਾਹਿਬ ਨੂੰ ਕਾਨਫਰੰਸ ਤੇ ਲਵਾਂ ਸਰ ਮੈਂ? ਕਾਨਫਰੰਸ ਤੁਸੀਂ ਆਫਿਸ ਆ ਕੇ ਗੱਲ ਕਰ ਲਿਓ। ਠੀਕ ਹੈ, ਚਲੋ ਠੀਕ ਹੈ, ਸ਼ੁਕਰੀਆ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ ਜਗਦੀਪ ਸਿੰਘ ਬੋਲ ਰਿਹਾ ਜੀ, ਮੈਂ ਤੁਹਾਨੂੰ ਸਰ ਔਨ ਰਿਕਾਰਡ ਲੈ ਰਿਹਾ ਜੀ। ਮੇਰੀ ਨਾ ਗੱਲ ਹੋਈ ਹੈ ਜੀ ਪੁੱਡਾ ਦੇ ਵਿੱਚ ਜੇਈ ਸਾਹਿਬ ਦੇ ਨਾਲ, ਜਿਨ੍ਹਾਂ ਨੇ ਤੋੜਿਆ ਜੀ ਇਹਨਾਂ ਦੀ ਹਨਾ ਜੀ ਕੈਬਿਨ। ਤੇ ਉਹ ਕਹਿ ਰਹੇ ਨੇ ਜੀ ਵੀ ਅਸੀਂ ਡਾਕਟਰ ਸਾਹਿਬ ਨੂੰ ਤੇ ਕਹਿੰਦੇ ਅਸੀਂ ਕਿਹਾ ਹੋਇਆ ਏ ਵੀ ਅਗਲੀ ਜਿਹੜੀ ਇਮਾਰਤ ਟੁੱਟੂਗੀ ਕੰਸਟਰਕਸ਼ਨ ਨਾ ਕਰਵਾਈ ਜਾਵੇ। ਕਹਿੰਦੇ ਕੰਸਟਰਕਸ਼ਨ ਹੋ ਰਹੀ ਸੀਗੀ ਜਿਸ ਕਰਕੇ ਅਸੀਂ ਤੋੜ ਗਏ, ਜ਼ਿੰਮੇਵਾਰ ਕਹਿੰਦੇ ਡਾਕਟਰ ਹੈ ਜੀ। ਉਹਨਾਂ ਨੇ ਕਿਉਂ ਨਹੀਂ ਦੱਸਿਆ ਮੈਨੂੰ ਨੋਟਿਸ ਆਇਆ ਵਾ ਨਾ ਰੱਖੋ। ਨਹੀਂ ਨੋਟਿਸ ਮੈਨੂੰ ਆਇਆ ਹੋਇਆ, ਸਭ ਨੂੰ ਪਤਾ ਹੈ, ਬਾਹਰ ਲਗਾ ਕੇ ਗਏ ਆ ਮੇਰੇ ਉਹ ਲੋਕ। ਨੋਟਿਸ ਆਇਆ ਹੋਇਆ ਤੇ ਸਰ ਉਹਦੇ ਵਿੱਚ ਜਿਹੜਾ ਨੋਟਿਸ ਦਿੱਤਾ ਹੋਇਆ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਲਿਖੀ ਹੋਈ ਆ ਬਈ ਜਿਹੜੀ ਅਗਲੀ ਕੰਸਟਰਕਸ਼ਨ ਹੁੰਦੀ ਹੈ ਤਾਂ ਤੋੜ ਦਿੱਤੀ ਜਾਊਗੀ ਤੁਹਾਡੀ ਇਮਾਰਤ। ਉਹ ਤਾਂ ਉਹਨਾਂ ਦਾ ਸਟੈਂਡਰਡ ਨੋਟਿਸ ਹੁੰਦਾ ਇੱਕ, ਕਿ ਤੁਸੀਂ ਕੋਈ ਵੀ ਚੀਜ਼ ਜੋ ਹੈਗੀ ਨਵੀਂ ਬਣਾਣੀ ਨਹੀਂ। ਨੋਟਿਸ ਡੇਟ ਬਣਾ ਕੇ ਬਾਹਰ ਲਾ ਕੇ ਗਏ ਸੀਗੇ ਉਹ। ਤੇ ਸਰ ਜੇ ਨੋਟਿਸ ਆਇਆ ਹੋਇਆ ਸੀ ਤੁਸੀਂ ਇਹਨਾਂ ਨੂੰ ਨਹੀਂ ਦੱਸਿਆ ਜੀ? ਸਭ ਨੂੰ ਪਤਾ, ਮੈਨੂੰ ਵੀ ਪਤਾ ਹੀ ਹੈ ਕਿ ਮੈਨੂੰ ਆ ਰੱਖਿਆ ਨੋਟਿਸ। ਨਹੀਂ ਇਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸੀ ਵੀ ਜੇ ਨੋਟਿਸ ਆਇਆ ਹੋਇਆ ਸੀ। ਉਹ ਜੇਈ ਸਾਹਿਬ ਕਹਿੰਦੇ ਵੀ ਤੁਸੀਂ ਪਰਮਿਸ਼ਨ ਨਹੀਂ ਦੇਣੀ ਸੀ ਵੀ ਮੇਰੀ ਜਗ੍ਹਾ ਦੇ ਵਿੱਚ ਨਾ ਰੱਖੋ। ਅੱਛਾ, ਤਾਂ ਬੇਸਿਕਲੀ ਮੇਰੀ ਗਲਤੀ ਹੈ ਸਾਰੀ, ਘੁੰਮ ਫਿਰ ਕੇ। ਉਹ ਇਹ ਕਹੇ, ਉਹ ਤੁਹਾਡੇ ਤੇ ਥੋਪ ਰਹੇ ਆ ਜੀ। ਕਹਿੰਦੇ ਜਦੋਂ ਪਤਾ ਸੀ ਵੀ ਇਹ 5 ਮਿੰਟ ਦੇ ਵਿੱਚ ਕੰਮ ਸਾਰਾ ਹੋ ਜਾਣਾ, ਫਿਰ ਤੁਸੀਂ ਕਿਉਂ ਪਰਮਿਸ਼ਨ ਦਿੱਤੀ ਹੈ ਜੀ? ਨਹੀਂ ਹੁਣ ਇਹ ਜੇ ਮਨ ਥੋੜੇ ਪਾਸ ਹੈ ਕਿ ਪਿੱਛੇ ਲੋਕ ਵੀ ਆਉਂਗੇ, ਪੁੱਡਾ ਵੀ ਆਊਗਾ। ਹਾਂਜੀ, ਕਿ ਮੈਨੂੰ ਨੋਟਿਸ ਆਇਆ ਹੋਇਆ, ਮੈਂ ਜਵਾਬ ਦਿੱਤਾ ਹੋਇਆ ਨੋਟਿਸ ਨੂੰ ਆਲਰੇਡੀ। ਕਹਿੰਦੇ ਜਿਹੜਾ ਤੁਸੀਂ ਜਵਾਬ ਦਿੱਤਾ ਸੀ ਉਹ ਪੁੱਡਾ ਨੇ ਫਿਰ ਤੁਹਾਨੂੰ ਜਵਾਬ ਦਿੱਤਾ ਉਹਦਾ, ਤੇ ਉਹ ਤੁਹਾਡਾ ਜਵਾਬ ਮੰਨਿਆ, ਸਵੀਕਾਰਿਆ ਨਹੀਂ ਗਿਆ। ਅੱਛਾ, ਇਹ ਹੋਈ ਹੈ ਜੀ ਗੱਲ? ਨਹੀਂ ਇਸ ਵਾਰ ਮੇਰੇ ਨਾਲ ਗੱਲ ਤਾਂ ਹੋਈ ਨਹੀਂ ਹੈਗੀ। ਹੁਣ ਫਿਲਹਾਲ ਤਾਂ ਉਹਨਾਂ ਦੀ ਤੁਹਾਡੇ ਜਵਾਬ ਦਾ ਰਿਪਲਾਈ ਦੇ ਚੁੱਕਿਆ ਜੀ ਪੁੱਡਾ? ਮੈਨੂੰ ਉਹਨਾਂ ਦਾ ਕੋਈ ਅਫੀਸ਼ੀਅਲ ਰਿਪਲਾਈ ਨਹੀਂ ਆਇਆ ਹੈਗਾ ਇਹਦੇ ਬਾਰੇ। ਪਰ ਉਹ ਕਹਿ ਰਹੇ ਨੇ ਜੀ, ਜੇ ਮੈਂ ਕਿਹਾ ਜੀ ਉਹਨਾਂ ਨੇ ਰਿਪਲਾਈ ਪਾਇਆ ਜੀ ਤੁਹਾਨੂੰ, ਪਰ ਉਹ ਕਹਿੰਦੇ ਜੀ ਵੀ ਜੇ ਰਿਪਲਾਈ ਪਾਇਆ ਤਾਂ ਜਿਹੜਾ ਤੁਹਾਡਾ ਰਿਪਲਾਈ ਸੀਗਾ ਉਹਦੇ ਤੇ ਦੁਬਾਰਾ ਪੁੱਡਾ ਨੇ ਜਵਾਬ ਦੇ ਦਿੱਤਾ ਤੇ ਤੁਹਾਡੇ ਜਵਾਬ ਨੂੰ ਅਸਵੀਕਾਰਿਆ ਗਿਆ ਜੀ, ਸਵੀਕਾਰਿਆ ਨਹੀਂ ਗਿਆ। ਨਹੀਂ ਉਹ ਅਜੇ ਮੇਰੇ ਤੱਕ ਆਇਆ ਨਹੀਂ ਉਹ ਰਿਪਲਾਈ। ਉਹਨਾਂ ਨੇ ਆਪਣੇ ਉੱਤੇ ਆਫਿਸ ਤੇ ਆਪਣਾ ਪੜਾਤਾ ਹੋਣਾ, ਮੈਨੂੰ ਨਹੀਂ ਕਿਹਾ। ਕਹਿੰਦੇ ਮੈਂ ਕਈ ਵਾਰ ਡਾਕਟਰ ਸਾਹਿਬ ਨੂੰ ਕਹਿ ਚੁੱਕਾ ਜਾ ਕੇ ਬਈ ਨਾ ਕਰੋ ਇਹਨੂੰ, ਮਾਰਕੀਟ ਨਾ ਬਣਾਓ। ਸਾਨੂੰ
ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਜੋ ਬਣਾਉਣ ਦੀ ਤੁਸੀਂ ਆਪਣੀ ਦੇਖ ਲਓ, ਅਸੀਂ ਇਹਨੂੰ ਤੋੜ ਸਕਦੇ, ਇਹਨੂੰ ਤੋੜ ਲਓ। ਉਹ ਮੈਨੂੰ ਕਹਿ ਰਹੇ ਕਿ ਮੈਨੂੰ ਤੋੜ ਦਵਾਂ ਮੇਰੀ ਚੀਜ਼ ਨੂੰ, ਬਣੀ ਹੋਈ ਨੂੰ। ਹਾਂਜੀ। ਪਰ ਮੈਂ ਉਹਨਾਂ ਨੂੰ ਕਿਹਾ ਕਿ ਸਰ ਹੁਣ ਮੈਂ ਇੰਨੇ ਪੈਸੇ ਲਾ ਕੇ ਕਿਹਾ ਤਾਂ ਮੈਂ ਕਿਉਂ ਤੋੜਵਾ, ਮੈਨੂੰ ਕਿਤੇ ਕੋਈ ਹੱਲ ਦੱਸੋ। ਕਹਿੰਦੇ ਹੱਲ ਵੀ ਕੋਈ ਹੈਗਾ ਨਹੀਂ। ਹੁਣ ਸਾਡੀ ਬੇਸਿਕਲੀ ਸਟੇਲਮੇਟ ਹੈ। ਅਲਟੀਮੇਟਲੀ ਪੁਆਇੰਟ ਇਹ ਹੈ ਕਿ ਮੈਨੂੰ ਪੁੱਟਾ ਤੇ ਕੋਰਟ ਕੇਸ ਕਰਨਾ ਪਏਗਾ ਘੁੰਮ ਫਿਰ ਕੇ ਜੀ। ਜੇ ਤੋੜਨੀ ਤਾਂ ਮੇਰੇ ਪਿੰਡ ਦੀ ਤੋੜੋ। ਮਤਲਬ ਕਿ ਜਿਹੜੀ ਇਹ ਤੋੜੀ ਗਈ ਹੈ ਕੰਸਟਰਕਸ਼ਨ, ਤੁਹਾਨੂੰ ਐਵੇਂ ਦਾ ਕੋਈ ਤੁਹਾਡੇ ਕੋਲ ਨੋਟਿਸ ਨਹੀਂ ਹੈਗਾ ਜਿਹਦੇ ਵਿੱਚ ਪੁੱਡਾ ਨਾ ਇਹ ਲਿਖਿਆ ਹੋਵੇ ਬਈ ਜੇ ਅਗਲੀ ਕੋਈ ਇਮਾਰਤ ਜਾਂ ਕੋਈ ਖੋਖਾ ਕੈਬਿਨ ਰੱਖਿਆ ਜਾਂਦਾ ਤਾਂ ਉਹ ਜਦੇ ਤਹਿਸ-ਨਹਿਸ ਕਰ ਦਿੱਤਾ ਜਾਊਗਾ? ਕੋਈ ਅਜਿਹਾ ਨੋਟਿਸ ਨਹੀਂ? ਮੈਨੂੰ ਇਹਨਾਂ ਕੋਈ ਅਫੀਸ਼ੀਅਲ ਨੋਟਿਸ ਨਹੀਂ ਆਏਗਾ। ਸਟਾਰਟਿੰਗ ਤਾਂ ਇੱਕ ਨੋਟਿਸ ਜਿਹੜੇ ਇਹ ਲੋਕ ਮੇਰੀ ਦੁਕਾਨ ਦੇ ਬਾਹਰ ਲਗਾ ਕੇ ਗਏ ਸੀਗੇ, ਜੋ ਮਾਰਕੀਟ ਹੈ ਨਾ ਉਹਦੇ ਬਾਹਰ। ਉਹ ਨੋਟਿਸ ਕੀ ਸੀ ਜੀ? ਸਭ ਨੂੰ ਆਉਂਦਾ ਹੈ ਉਹ ਇਹਨਾਂ ਦਾ ਨਾ ਇੱਕ ਸਟੈਂਡਰਡ ਜਿਹਾ ਫਾਰਮੈਟ ਹੁੰਦਾ ਹੈ ਕਿ ਤੁਸੀਂ ਜੋ ਹੈਗੇ ਆ ਇਹ ਪੈਰੀਫਰੀ ਐਕਟ ਦੇ ਅੰਦਰ ਆਉਂਦੇ ਆ। 1952 ਦਾ ਕੋਈ ਨਾ ਪੈਰੀਫਰੀ ਐਕਟ ਹੈ ਬੇਸਿਕਲੀ ਜੀ, ਕਿ ਤੁਸੀਂ ਜੋ ਹੈਗੇ ਇਸ ਦੇ ਅੰਦਰ ਆਉਂਦੇ ਆ, ਤੁਸੀਂ ਜੋ ਇਹ ਸਾਰੀ ਕੀਤੀ ਹੈ ਇਹ ਇਲੀਗਲ ਹੈ, ਇਹਨੂੰ ਤੁਸੀਂ ਤੋੜ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ। ਨਾ ਉਹ ਸਾਰਾ ਵਰਡਿੰਗ ਨਾ ਫਾਰਮੈਟ ਇੱਕੋ ਹੁੰਦਾ, ਮਤਲਬ ਉਹਦਾ ਨਾਮ ਨੂੰ ਚੇਂਜ ਕਰਕੇ ਅੱਗੇ ਭੇਜ ਦਿੰਦੇ ਇਹ ਲੋਕ, ਹੈ ਨਾ। ਤਾਂ ਮੇਰੇ ਕੋਲ ਮੈਂ ਜਿੰਨੀ ਜਗ੍ਹਾ ਬਣਾਉਣੀ ਸੀਗੀ ਮੈਂ ਤਾਂ ਆਪਣੀ ਜਗ੍ਹਾ ਬਣਾ ਲਈ ਆਪਣੀ। ਹਾਂਜੀ। ਉਸ ਤੋਂ ਅੱਗੇ ਤਾਂ ਮੈਂ ਕੁਝ ਬਣਾਉਣਾ ਸੀਗਾ ਹੀ ਨਹੀਂ, ਕੋਈ ਪਲਾਨ ਨਹੀਂ ਸੀਗਾ। ਹੁਣ ਇਹਨਾਂ ਲੋਕਾਂ ਨੇ ਇਹਨੂੰ ਨਹੀਂ ਤੋੜਿਆ ਹੈਗਾ ਫਿਲਹਾਲ, ਪਰ ਨੋਟਿਸ ਆ ਰੱਖਿਆ, ਸਭ ਨੂੰ ਆ ਰੱਖਿਆ, ਪੱਲੂ ਆ ਰੱਖਿਆ, ਜਿਹੜਾ ਸਾਹਮਣੇ ਜਿਮ ਵਾਲਾ ਨੋਟਿਸ ਤਾਂ ਫਿਰ ਸਰ ਪੂਰੀ ਜਿਹੜੀਆਂ ਇੱਥੋਂ ਲੈ ਕੇ ਰੋਪੜ ਤੱਕ ਹੋਣੀਆਂ ਸਾਰਿਆਂ ਨੂੰ ਗਿਆ ਹੋਣਾ, ਜਿੱਥੇ ਜਿੱਥੇ ਪੁੱਡਾ ਉਹਨੂੰ ਸਭ ਨੂੰ ਨੋਟਿਸ ਆਉਂਦੇ ਆ ਸਟੈਂਡਰਡ। ਉਹਨਾਂ ਦਾ ਇੱਕ ਪੂਰਾ ਫਾਰਮੈਟ ਹੁੰਦਾ, ਉਹਦੇ ਮੈਂ ਨਾਮ ਨੂੰ ਚੇਂਜ ਕਰਦੇ ਆ, ਭੇਜ ਦਿੰਦੇ ਆ ਅੱਗੇ, ਠੀਕ ਹੈ। ਹੁਣ ਉਸ ਨੋਟਿਸ ਦਾ ਮੈਂ ਜਵਾਬ ਦੇ ਚੁੱਕਿਆ, ਮੈਨੂੰ ਉਹਨਾਂ ਦਾ ਹੁਣ ਕੋਈ ਸੈਕਿੰਡ ਨੋਟਿਸ ਆਇਆ ਨਹੀਂ ਹੈਗਾ। ਪਰ ਉਹ ਕਹਿ ਰਹੇ ਨੇ, ਪਰ ਫਿਰ ਜੇਈ ਸਾਹਿਬ ਕਹਿ ਰਹੇ ਨੇ ਜੀ ਅਸੀਂ ਜਵਾਬ ਦਿੱਤਾ, ਫਿਰ ਬਾਕੀਆਂ ਦਾ ਕਿਉਂ ਨਹੀਂ ਉਹ ਕਰਕੇ ਗਏ? ਜੇ ਇੰਨਾ ਹੀ ਸੀ ਫਿਰ ਸਾਰੀਆਂ ਤੋੜ ਜਾਂਦੇ। ਉਹਨਾਂ ਨੂੰ ਐ ਲੱਗਿਆ ਹੋਣਾ ਵੀ ਮੈਂ ਨਵੀਂ ਚੀਜ਼ ਬਣਾ ਰਿਹਾ, ਹਾਲਾਂਕਿ ਮੈਂ ਕੋਈ ਨਵੀਂ ਚੀਜ਼ ਬਣਾ ਥੋੜੀ ਰਿਹਾ ਸੀਗਾ, ਉੱਥੇ ਫੁੱਕਾ ਖੜਿਆ ਪਿਆ ਸੀਗਾ। ਠੀਕ ਹੈ ਸਰ। ਇਹ ਕਹਿਣਾ ਹੈ ਜੀ ਕਿ ਤੁਸੀਂ ਆਪਣਾ ਇਲੀਗਲ ਬਣਾ ਰਹੇ, ਆਪਾਂ ਤਾਂ ਤੋੜ ਕੇ ਗਏ। ਪੁੱਟਾ ਦਾ ਸਟੈਂਡ ਤਾਂ ਇਹੀ ਰਹਿਣਾ ਹੈ, ਕਿਉਂਕਿ ਇਹਨਾਂ ਵੇ ਸਹੀ ਵੀ ਹੈਗਾ, ਬਣੇ ਤਾਂ ਸਾਰੇ ਇਲੀਗਲ ਹੀ ਹੋਏ ਆ। ਮੇਰੀ ਜੋ ਮੈਂ ਬਣਾਇਆ ਉਹ ਵੀ ਇਲੀਗਲ ਹੈ, ਮੇਰੇ ਸਾਹਮਣੇ ਉਹ ਵੀ ਇਲੀਗਲ ਹੈ, ਜਿਹੜਾ ਮੇਰੇ ਪਿੱਛੇ ਬਣੇ ਪਿੰਡ ਸਾਰਾ ਇਲੀਗਲ ਹੀ ਹੈ ਦੇਖਿਆ ਜਾਵੇ ਤਾਂ। ਜੇ ਕਾਰਵਾਈ ਕਰਨੀ ਹੈ ਫਿਰ ਸਾਰਿਆਂ ਤੇ ਕਰੋ। ਜਾਨੀ ਕਿ ਇਸ ਖੋਖੇ ਦੀ ਕਿਆ ਮੈਟਰ ਹੈ ਨਾ, ਇਹਦਾ ਹੋਇਆ ਹੋਣਾ ਕੰਪਲੇਂਟ, ਜਿਹਨਾਂ ਸਾਡਾ ਕੇਸ ਚੱਲਦਾ ਨਾ ਮੇਰੀ ਭੂਆ ਨਾਲ। ਹਾਂਜੀ। ਉਹਨੇ ਕੀਤੀ ਹੋਣੀ ਕੰਪਲੇਂਟ, ਇਹਨਾਂ ਨੇ ਇੱਕ ਖੋਖਾ ਹੋਰ ਰੱਖ ਲਿਆ, ਨਹੀਂ ਤਾਂ ਉਹਨਾਂ ਨੂੰ ਸੁਪਨੇ ਨਹੀਂ ਆਉਂਦੇ ਹੈਗੇ। ਇਹਦੇ ਵਿੱਚ ਤਾਂ ਕੋਈ ਕੰਮ ਹੋ ਵੀ ਨਹੀਂ ਰਿਹਾ ਸੀਗਾ, ਤੇ ਇੱਕ ਦਿਨ ਦੇ ਲਈ ਇਹਨਾਂ ਨੇ ਰੱਖਣਾ ਸੀ, ਉਹ ਇੱਕ ਦਿਨ ਦੇ ਵਿੱਚ ਹੀ ਤਹਿਸ-ਨਹਿਸ ਕਰ ਗਏ ਜੀ। ਉਹਨੇ ਬੇਸਿਕਲੀ ਜਿਹੜੇ ਮੇਰੀ ਭੂਆ ਵਗੈਰਾ ਹੈ ਨਾ, ਹਾਂਜੀ, ਉਹਨਾਂ ਨਾਲ ਸਾਡਾ ਆਲਰੇਡੀ ਕੇਸ ਚੱਲ ਰਿਹਾ, ਜ਼ਮੀਨ ਦਾ ਰੌਲਾ ਹੈ। ਉਹਨਾਂ ਦੇ ਚੱਕਰ 'ਚ ਇਹਨਾਂ ਦਾ ਨੁਕਸਾਨ ਹੋ ਗਿਆ ਬੇਚਾਰਿਆਂ ਦਾ, ਜੋ ਕਿ ਹੋਣਾ ਨਹੀਂ ਚਾਹੀਦਾ ਸੀ ਮੇਰੇ ਹਿਸਾਬ ਨਾਲ ਤਾਂ। ਚਲੋ ਬਹੁਤ ਸ਼ੁਕਰੀਆ ਸਰ, ਥੈਂਕ ਯੂ ਜੀ। ਹਾਂ, ਮੈਂ ਤਾਂ ਇਹਨਾਂ ਨੂੰ ਇਹੀ ਕਹਿ ਰਿਹਾ ਕਿ ਮੈਟਰ ਨੂੰ ਸੋਲਵ ਕਰ ਲੈਂਦੇ ਆ। ਹੁਣ ਜੋ ਨੁਕਸਾਨ ਹੋ ਗਿਆ ਤੇ ਕੋਈ ਤਾਂ ਵਾਪਸ ਹੋਣ ਨਹੀਂ ਆਣਾ, ਜਿਹੜੇ ਪੁੱਟਾਂ ਵਾਲੇ ਉਹਨਾਂ ਨੇ ਤਾਂ ਕੁਝ ਨਹੀਂ ਕਰਨਾ। ਹਾਂਜੀ। ਚਲੋ ਠੀਕ ਹੈ ਸਰ, ਕੋਈ ਨਾ ਜੀ, ਤੁਸੀਂ ਮਿਲ ਕੇ ਜ਼ਰੂਰ ਜਿੰਨੀ ਮਦਦ ਕਰ ਸਕਦੇ ਹੋ ਕਰਿਓ। ਹੋਰ ਕਿਆ, ਮੇਰੇ ਵੱਲੋਂ ਤੁਹਾਨੂੰ ਜਿੰਨੀ ਹੈਲਪ ਚਾਹੀਦੀ ਉਹਨੂੰ ਕਹਿ ਦਿਓ, ਫਿਰ ਇੱਕ ਵਾਰੀ ਕਰਾਓ ਗੱਲ। ਕਰੂਗਾ। ਸੋ ਡਾਕਟਰ ਸਾਹਿਬ ਦਾ ਇਹ ਕਹਿਣਾ ਵੀ ਜਿਹੜਾ ਸਾਰੀਆਂ ਉਸਾਰੀਆਂ ਇਹ ਉਹਨਾਂ ਨੇ ਆਪ ਮੰਨਿਆ, ਜਿਹੜੇ ਮਾਲਕ ਨੇ ਇਸ ਜਗ੍ਹਾ ਦੇ, ਵੀ ਨਜਾਇਜ਼ ਆ ਸਾਰੀਆਂ। ਪਰ ਜੇ ਨਜਾਇਜ਼ ਆ ਫਿਰ ਅਫਸਰ ਸਾਰੀਆਂ ਤੇ ਬਲਡੋਜ਼ਰ ਕਿਉਂ ਨਹੀਂ ਚਲਾਉਂਦੇ? ਇੱਧਰ ਇਮਾਰਤਾਂ ਨੇ ਸਾਰੀਆਂ ਹੀ ਨਜਾਇਜ਼ ਆ। ਚਲੋ ਜੇਈ ਸਾਹਿਬ ਤੁਸੀਂ ਤੋੜ ਗਏ ਹੋ, ਤੇ ਤੁਸੀਂ ਇਹ ਦਲੀਲ ਦੇ ਰਹੇ ਹੋ ਵੀ ਜਿਹੜੀਆਂ ਵੀ ਨਵੀਆਂ ਉਸਾਰੀਆਂ ਨਜਾਇਜ਼ ਹੋ ਰਹੀਆਂ ਅਸੀਂ ਕੋਈ ਨਹੀਂ ਛੱਡਣੀ, ਸਾਰੀਆਂ ਮਿੰਟੋ ਮਿੰਟੀ ਤਹਿਸ-ਨਹਿਸ ਕਰ ਦੇਣੀਆਂ। ਠੀਕ ਹੈ, ਤੁਹਾਡੀ ਦਲੀਲ ਵੀ ਠੀਕ ਹੈ ਵੀ ਜੇ ਭਾਈ ਨਜਾਇਜ਼ ਕੋਈ ਕਰ ਰਿਹਾ ਹੈ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ, ਕਾਨੂੰਨ ਗਰੀਬ ਅਮੀਰ ਨਹੀਂ ਦੇਖਦਾ। ਪਰ ਤੁਹਾਨੂੰ ਇੱਕ ਫੋਨ ਕਰਨਾ ਚਾਹੀਦਾ ਸੀ ਡਾਕਟਰ ਨੂੰ ਵੀ ਮੈਂ ਆ ਰਿਹਾ ਭਾਈ, ਤੇਰੀਆਂ ਆ ਤੋੜ ਦੇਣੀਆਂ ਤੇ ਇਹਨੂੰ ਕਾਬੂ ਕਰ ਲਾ। ਤੇ ਫਿਰ ਡਾਕਟਰ ਸਾਹਿਬ ਤੁਹਾਨੂੰ ਦੱਸਦੇ ਵੀ ਉਹ ਤਾਂ ਕਿਸੇ ਨੇ ਭਾਈ 1-2 ਦਿਨ ਲਈ ਰੱਖਿਆ ਹੋਇਆ, ਸ਼ਾਇਦ ਤੁਹਾਡਾ ਵੀ ਮਨ ਹੋ ਜਾਂਦਾ ਵੀ ਹਾਂ ਯਾਰ ਚੁਕਵਾ ਦੇ ਉਹਨੂੰ, ਕੋਈ ਗੱਲਬਾਤ ਹੁੰਦੀ ਹੋ। ਪਰ ਨਜਾਇਜ਼ ਉਸਾਰੀਆਂ ਦੀ ਗੱਲ ਕੀਤੀ ਹੈ ਬਾਈ ਜੀ, ਉਹ ਕਹਿੰਦੇ ਵੀ ਕੋਈ ਵੀ ਸਾਨੂੰ ਦੱਸੋ ਕੋਈ ਅੱਜ ਕੱਲ੍ਹ ਦੇ ਵਿੱਚ ਕੋਈ ਨਜਾਇਜ਼ ਉਸਾਰੀ ਹੋ ਰਹੀ ਹੋਵੇ। ਆਪਾਂ ਜੀ ਤੁਹਾਡੇ ਸਾਹਮਣੇ ਇੱਧਰ ਦੇਖੋ ਜੀ, ਇਹ ਉਸਾਰੀ ਹੋ ਰਹੀ ਪਰਲੀ ਸਾਈਡ ਹੋ ਰਹੀ ਹੈ ਜੀ। ਇਹਨਾਂ ਨੇ ਪਰਮਿਸ਼ਨ ਲਈ ਵੀ ਹੋਣੀ ਜੀ? ਪਤਾ ਨਹੀਂ, ਇੱਥੇ ਪਰਮਿਸ਼ਨਾਂ ਕਿਸੇ ਕੋਲ ਨਹੀਂ ਹੈਗੀਆਂ ਜੀ, ਵਿਦਆਊਟ ਪਰਮਿਸ਼ਨ ਹੈ, ਸਾਰੇ ਇਨਲੀਗਲ ਚੱਲ ਰਹੇ। ਕਲੋਨੀਆਂ ਉਹ ਸਾਹਮਣੇ ਦੇਖ ਲਓ ਕਿੰਨੀਆਂ ਕੱਟ ਹੋ ਰਹੀਆਂ ਜੀ, ਸਭ ਇਨਲੀਗਲ ਹੈ ਜੀ, ਕਿਸੇ ਕੋਲ ਪਰਮਿਸ਼ਨ ਨਹੀਂ ਹੈਗੀ, ਕਿਸੇ ਕੋਲ ਪੁੱਡਾ ਦੀ ਪਰਮਿਸ਼ਨ ਨਹੀਂ, ਸਭ ਇਨਲੀਗਲ ਹੈ ਜੀ। ਇਹ ਕਿਸੇ ਗਰੀਬ ਦਾ ਹੁਣ ਫੇਰ ਨਾ ਢਾਹ ਜਾਣ, ਗਰੀਬ ਦਾ ਤਾਂ ਨਹੀਂ ਕਿਸੇ? ਨਹੀਂ, ਗਰੀਬ ਦਾ ਨਹੀਂ ਹੈਗਾ ਜੀ, ਇਹ ਕਿਸੇ ਹੋਟਲ ਵਾਲਿਆਂ ਦਾ ਜੀ। ਅੱਛਾ, ਕੋਈ ਹੋਟਲ ਹੈ? ਹਾਂ ਜੀ, ਹੋਟਲ ਵਾਲਿਆਂ ਦਾ। ਇਹ ਕੀ ਘਰ ਬਣਾ ਰਹੇ, ਪੀਜੀ ਬਣਾ ਰਹੇ, ਕੋਈ ਪਤਾ ਨਹੀਂ ਹੈਗਾ ਜੀ। ਅੱਛਾ, ਹਾਂਜੀ। ਉਹ ਅੱਡੇ ਦੇ ਪਰਲੇ ਪਾਸੇ ਉੱਧਰ ਜਾ ਕੇ ਦੇਖ ਲਓ, ਉਹ ਅੱਡੇ ਦੇ ਪਰਲੇ ਪਾਸੇ ਜਾ ਕੇ ਲੋ ਸਾਰੀਆਂ ਹੋ ਰਹੀਆਂ।
ਇਹ ਦੁਕਾਨਾਂ ਲੱਗਦਾ ਉਹਨਾਂ ਨੇ ਪਰਮਿਸ਼ਨ ਲਈ ਵੀ ਹੋਵੇ ਜੀ। ਕੋਈ ਪਰਮਿਸ਼ਨ ਨਹੀਂ ਹੈ ਜੀ ਕਿਸੇ ਕੋਲ ਵੀ, ਅੱਛਾ। ਵਿਦਆਊਟ ਪਰਮਿਸ਼ਨ ਚੱਲਦਾ ਸਭ ਕੁਝ। ਤੇ ਜੇਈ ਸਾਹਿਬ ਇਹ ਦੋਸ਼ ਨੇ ਇਹਨਾਂ ਦੇ ਵੀ ਜਿਹੜੀਆਂ ਇਹ ਉਸਾਰੀਆਂ ਹੋ ਰਹੀਆਂ ਨੇ ਤਾਜ਼ੀਆਂ ਦਿਖਾ ਰਹੇ ਆ, ਜੇ ਤਾਂ ਮਿਸਤਰੀ ਲੱਗੇ ਵੀ ਦਿਖਾਓ, ਉਹ ਮਿਸਤਰੀ ਤੇ ਵੀ ਮਾਰ ਦਿਓ। ਨੀਲੀ ਜੀ ਸ਼ਰਟ ਪਾਈ ਹੋਈ ਜਿਹਨੇ, ਉਹ ਦੇਖੋ ਜੀ ਉਹ ਪਲੇਟਾਂ ਕੱਢ ਰਹੇ ਆ, ਲੈਂਟਰ ਪੈਣ ਲੱਗਿਆ ਜੀ। ਕੱਲ੍ਹ ਨੂੰ ਲੱਡੂ ਵੰਡ ਹੋਣੇ ਜੀ, ਇਸ ਤੋਂ ਪਹਿਲਾਂ ਦੇਖੋ ਜੀ। ਤੇ ਜੇਈ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜਾ ਹੈਗਾ ਇਹਨਾਂ ਨੂੰ ਨੋਟਿਸ ਦਿੱਤਾ ਗਿਆ, ਤੇ ਕੀ ਉਹਨਾਂ ਨੂੰ ਵੀ ਫਿਰ ਨੋਟਿਸ ਦਿੱਤਾ ਹੋਣਾ, ਜਾਂ ਫਿਰ ਇਹ ਉਸਾਰੀ ਕੌਣ ਰੁਕਵਾਊਗਾ, ਕਿ ਜਾਂ ਫਿਰ ਕਿਸੇ ਗਰੀਬ ਦੇ ਨਾਲ ਹੀ ਅਫਸਰ ਧੱਕਾ ਕਰਦੇ ਨੇ? ਦੋਸ਼ ਤਾਂ ਇਹ ਇੱਥੋਂ ਤੱਕ ਲਾ ਰਹੇ ਸੀ, ਕਹਿੰਦੇ ਜਿਹੜਾ ਇਹ ਅਫਸਰਾਂ ਨੂੰ ਬੁਰਕੀ ਪਾ ਦਿੰਦਾ ਵੀ ਉਹ ਉੱਥੇ ਚੁੱਪ ਹੋ ਜਾਂਦੇ ਨੇ ਅਫਸਰ। ਸਹੀ ਗੱਲ ਹੈ, ਇਹੀ ਗੱਲ ਕਹੀ ਸੀ ਜੀ ਤੁਸੀਂ? ਸਹੀ ਹੈ ਭਾਜੀ, ਬਿਲਕੁਲ ਹੀ। ਜਿੰਨੀਆਂ ਸਾਰੀਆਂ ਕਲੋਨੀਆਂ ਕੱਟ ਹੁੰਦੀਆਂ ਜੀ, ਕਿੰਨੀ ਉਰੇ ਕਲੋਨੀ ਕੱਟ ਹੋ ਰਹੀ, ਸਾਰੀਆਂ ਅਨਆਥੋਰਾਈਜ਼ ਹੈ ਜੀ, ਇਨਲੀਗਲ ਹੈ ਜੀ। ਸਾਰੀਆਂ ਬਿਨਾਂ ਪਰਮਿਸ਼ਨ ਤੋਂ ਹੀ ਕੱਟ ਹੋ ਰਹੀਆਂ। ਸਭ ਮਕਾਨ ਬਣ ਰਹੇ, ਇੱਧਰਲੀ ਸਾਈਡ ਬਣ ਰਹੇ, ਪਲਾਟ ਕੱਟ ਹੋਏ, ਸਭ ਬਿਨਾਂ ਇਨਲੀਗਲ ਹੈ ਜੀ, ਬਿਨਾਂ ਪਰਮਿਸ਼ਨ ਤੋਂ ਹੈ ਜੀ। ਕਿੰਨੀਆਂ ਉੱਥੇ ਦਿਖਾ ਦਿੰਦਾ ਵੀ ਖਰੜ ਤੋਂ ਲੈ ਕੇ ਕਰਾਲੀ ਤੱਕ ਦੇਖ ਲਓ ਜੀ, ਖੋਖੇ ਰੱਖ ਹੋਏ ਵੇ। ਇੱਥੋਂ ਦੇ ਐਮਐਲਏ ਨੂੰ ਮਿਲੇ ਤੁਸੀਂ? ਨਹੀਂ, ਐਮਐਲਏ ਨੂੰ ਨਹੀਂ ਮਿਲੇ ਜੀ। ਤੁਹਾਡਾ ਖਰੜ ਪੈਂਦਾ ਹਲਕਾ? ਖਰੜ ਹਲਕਾ ਪੈਂਦਾ। ਫਿਰ ਤੁਸੀਂ ਮਿਲੋ ਉਹਨਾਂ ਨੂੰ, ਆਪਣਾ ਕਮਰ ਸੰਧੂ ਜੀ ਨੂੰ। ਹਾਂਜੀ, ਕਮਰ ਸੰਧੂ ਜੀ, ਉਹਨਾਂ ਦਾ ਪਤਾ ਨਹੀਂ ਕਿੱਥੇ ਆ ਜੀ, ਨਾ ਫੋਨ ਹੈ ਜੀ ਸਾਡੇ ਕੋਲ। ਤੁਸੀਂ ਕੋਈ ਇਹ ਅਫਸਰ ਦੇ ਖਿਲਾਫ ਕੋਈ ਕੰਪਲੇਂਟ ਕੀਤੀ? ਇਹਨਾਂ ਦੇ ਖਿਲਾਫ ਕੀਤੀ ਹੈ ਜੀ ਕੰਪਲੇਂਟ। ਕਿਹੜੇ ਜੇਈ ਸਾਹਿਬ ਦੇ? ਹਾਂਜੀ, ਇਹਨਾਂ ਦੇ ਖਿਲਾਫ ਕੀਤੀ ਹੈ ਜੀ। ਇਹਨੂੰ ਕੀਤੀ ਜੀ? ਡੀਐਸਪੀ ਸਾਹਿਬ ਨੂੰ ਕੀਤੀ। ਕੀ ਕਹਿੰਦੇ ਜੀ ਉਹ? ਡੀਐਸਪੀ ਸਾਹਿਬ ਮੈਡਮ ਗਏ ਸੀ, ਕਹਿੰਦੇ ਧਰਨੇ ਤੇ ਗਏ ਜੀ, ਮਿਲੇ ਨਹੀਂ ਹੈਗੇ ਜੀ, ਮੰਡੇ ਮਿਲੂੰਗੇ ਜੀ। ਕੱਲ ਜਾਓਗੇ? ਹਾਂਜੀ। ਤੋ ਜ਼ਰੂਰ, ਜੇ ਤਾਂ ਇਹ ਗਲਤੀ ਹੈ ਤੁਹਾਡੀ, ਕਿਉਂਕਿ ਇਹ ਇੱਕ ਵਾਰ ਆ ਕੇ ਤੇ ਉਹ ਦੇਖੋ ਸਾਹਮਣੇ ਜਿਹੜੀਆਂ ਹੈਗੀਆਂ ਉਸਾਰੀਆਂ, ਜੇ ਤਾਂ ਉਹਨਾਂ ਦੇ ਕੋਲ ਜਿੰਨੀਆਂ ਵੀ ਬਿਲਡਿੰਗਾਂ ਇਹ ਲੋਕ ਦਿਖਾ ਰਹੇ ਨੇ, ਜੇ ਤਾਂ ਇਹਨਾਂ ਦੇ ਕੋਲ ਮਤਲਬ ਕਿ ਪਰਮਿਸ਼ਨ ਹੈ, ਤਾਂ ਇਹਨਾਂ ਲੋਕਾਂ ਨੂੰ ਕਲੀਅਰ ਕਰਕੇ ਜਾਓ ਭਾਈ ਕੱਲੀ ਕਲੋਨੀ ਦੀ ਕੱਲੇ ਮਕਾਨ ਦੀ ਪਰਮਿਸ਼ਨ ਦੇ ਕੇ ਜਾਓ, ਜਿਹੜੇ ਦੋਸ਼ ਲਾ ਰਹੇ ਨੇ, ਤਾਂ ਕਿ ਇਹਨਾਂ ਨੂੰ ਕਲੀਅਰ ਹੋ ਸਕੇ ਵੀ ਇਹ ਜਿਹੜੇ ਦੋਸ਼ ਲੱਗ ਰਹੇ ਨੇ ਤੁਹਾਡੇ ਉੱਤੇ ਵੀ ਬੁਰਕੀ ਪੈਣ ਤੋਂ ਬਾਅਦ ਤੇ ਚੁੱਪ ਤਾਂ ਨਹੀਂ ਕੀਤੇ ਹੋਏ। ਤੇ ਡਾਕਟਰ ਸਾਹਿਬ ਨੇ ਇੱਕ ਦੋਸ਼ ਲਾਇਆ ਵੀ ਜਿਹੜੀ ਇਹ ਸ਼ਿਕਾਇਤ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਕੀਤੀ ਆ, ਜਿਸ ਤੋਂ ਬਾਅਦ ਤੁਸੀਂ ਇਹ ਕਾਰਵਾਈ ਕੀਤੀ ਹੈ। ਜੇ ਇਹ ਸਾਰੀ ਨਜਾਇਜ਼ ਆ, ਫਿਰ ਇਹ ਸਾਰੀਆਂ ਕਿਉਂ ਨਹੀਂ ਢਾਈਆਂ ਜਾ ਰਹੀਆਂ? ਕੀ ਮਿਲੀ ਭੁਗਤ ਦੇ ਨਾਲ ਕੰਮ ਹੋ ਰਿਹਾ? ਫਿਰ ਸਾਰੀਆਂ ਦੇ ਉੱਤੇ ਬਲਡੋਜ਼ਰ ਚਲਾ ਦਿੱਤਾ ਜਾਵੇ ਬੇਝਿਜਕ ਹੋ ਕੇ, ਕਿਉਂਕਿ ਕਿਧਰੇ ਵੀ ਇਹ ਨਜਾਇਜ਼ ਨਾ ਲੋਕ ਕਰਨ ਤੇ ਨਾ ਹੀ ਅਫਸਰ ਕਰਨ। ਪਰ ਜੋ ਇਸ ਵੀਰ ਨੂੰ ਹੁਣ ਝੱਲਣਾ ਪਿਆ 40-45 ਹਜ਼ਾਰ ਰੁਪਏ ਦਾ ਖਰਚਾ, ਚਲੋ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਕਰੋਗੇ। ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਤਾਂ ਕਰਵਾਵਾਂਗੇ ਇਹਨਾਂ ਦੀ ਮਦਦ। ਇੰਨਾ ਕੁ ਖਰਚਾ ਅਸੀਂ ਦਵਾਵਾਂਗੇ, ਕਿਉਂਕਿ ਸਾਡੇ 'ਚ ਇਨਸਾਨੀਅਤ ਬਾਕੀ ਹੈ। ਪਰ ਮੈਂ ਉਮੀਦ ਕਰਦਾ ਜਿਸ ਹਿਸਾਬ ਨਾਲ ਤੁਹਾਡੀ ਮੇਰੀ ਗੱਲਬਾਤ ਹੋਈ ਹੈ ਵੀ ਤੁਸੀਂ ਜ਼ਰੂਰ ਇਹ ਅਫਸੋਸ ਕਰ ਰਹੇ ਹੋਵੋਗੇ ਵੀ ਇੱਕ ਯਾਰ ਗਰੀਬ ਦੇ ਉੱਤੇ ਅਸੀਂ ਬਲਡੋਜ਼ਰ ਚਲਾਤਾ। ਜੇ ਨਹੀਂ ਤੁਹਾਨੂੰ ਕਿਸੇ ਤਰ੍ਹਾਂ ਦਾ ਅਫਸੋਸ ਜਾਂ ਤੁਸੀਂ ਨਹੀਂ ਕਰੋਗੇ, ਫਿਰ ਅਸੀਂ ਤਾਂ ਕਰਵਾਵਾਂਗੇ। ਪਰ ਜੇ ਇਹਦੇ ਵਿੱਚ ਫਿਰ ਤੁਹਾਡੇ ਖਿਲਾਫ ਬਣਦੀ ਕਾਰਵਾਈ ਹੋਣੀ ਹੋਊਗੀ, ਮੈਂ ਨੋਟਿਸ ਦੇਖਾਂਗਾ ਸਾਰੇ, ਫਿਰ ਅਸੀਂ ਕਾਰਵਾਈ ਕਰਵਾਵਾਂਗੇ। ਸਿੱਧੇ ਤੌਰ ਤੇ ਕਹਿੰਦੇ ਹਾਂ ਵੀ ਅਸੀਂ ਆਪ ਇਹਦੇ ਵਿੱਚ ਇਨਵੋਲਵ ਹੋ ਕੇ ਚੈਨਲ ਕਾਰਵਾਈ ਕਰਵਾਊਗਾ ਤੇ ਅਫਸਰਾਂ ਤੱਕ ਅਸੀਂ ਪਹੁੰਚ ਆਪ ਕਰਾਂਗੇ। ਫਿਰ ਤੇ ਜੇਈ ਸਾਹਿਬ ਨੇ ਇੱਕ ਦਲੀਲ ਹੋਰ ਦਿੱਤੀ ਵੀ ਜਿਹੜੀਆਂ ਨਵੀਆਂ ਚੀਜ਼ਾਂ ਬਣਾਉਣਗੇ ਇਹ ਢਾਹ ਦਿੱਤੀਆਂ ਜਾਣਗੀਆਂ, ਪਰ ਇਹਨੂੰ ਜੰਗ ਲੱਗੀ ਹੋਈ ਹੈ। ਜੇਈ ਸਾਹਿਬ, ਜੇ ਤੁਸੀਂ ਆਪ ਗੱਡੀ ਚੌਂਪਣੀ ਚੋਂ ਨਿਕਲੇ ਹੋਣੇ ਆ ਤਾਂ ਤੁਸੀਂ ਸ਼ਾਇਦ ਦੇਖਿਆ ਵੀ ਹੋਊਗਾ। ਜੇ ਨਹੀਂ ਨਿਕਲੇ, ਜੇਸੀਬੀ ਵਾਲਾ ਹੀ ਤੋੜ ਗਿਆ, ਤੁਸੀਂ ਆਪਣੀ ਏਸੀ ਵਾਲੀ ਗੱਡੀ 'ਚ ਬੈਠੇ ਰਹੇ ਤਾਂ ਗੱਲ ਵੱਖਰੀ ਹੈ। ਇਹਨੂੰ ਜੰਗ ਲੱਗੀ ਹੋਈ ਹੈ। ਇੱਥੋਂ ਪਤਾ ਲੱਗਦਾ ਵੀ ਇਹ ਨਵੀਂ ਚੀਜ਼ ਨਹੀਂ ਬਣਾਈ ਜਾ ਰਹੀ, ਕੋਈ ਪੁਰਾਣੀ ਚੀਜ਼ ਰੱਖੀ ਗਈ ਹੈ। ਬੰਦਾ ਇੰਨਾ ਕੁ ਦਿਮਾਗ ਆਪ ਲਾ ਲੈਂਦਾ ਵੀ ਯਾਰ ਇਹਦੇ ਬਾਰੇ ਪੁੱਛ ਲਈਏ ਵੀ ਇਹ ਕਿਉਂ ਰੱਖੀ ਗਈ ਹੈ। ਕੀ ਇੱਕ ਹਿੱਸਾ ਉਹ ਪਿਆ ਜੀ ਇਹਦਾ? ਹਾਂਜੀ, ਇੱਕ ਹਿੱਸਾ ਭਾਜੀ ਉਹ ਪਿਆ ਜੀ। ਇਹ ਕਿੰਨੀ ਦੇਰ ਤੋਂ ਉੱਥੇ ਪਿਆ ਸੀ? ਇਹ ਤਕਰੀਬਨ 6 ਮਹੀਨੇ ਤੋਂ ਇੱਥੇ ਹੀ ਪਿਆ ਜੀ। ਉਦੋਂ ਨਹੀਂ ਤੋੜਿਆ ਕਿਸੇ ਨੇ? ਉਦੋਂ ਨਹੀਂ ਤੋੜਿਆ ਜੀ, ਉੱਥੇ ਫਿਕਸ ਕੀਤਾ ਸੀ। ਕਰਿਆਨੇ ਦੀ ਦੁਕਾਨ ਸੀਗੀ ਇਹਦੇ ਵਿੱਚ ਹੀ। ਡਾਕਟਰ ਸਾਹਿਬ ਨੇ ਦੁਕਾਨਾਂ ਨਵੀਆਂ ਬਣਾ ਲੀਆਂ, ਇਹ ਉੱਥੇ ਹੀ ਪਿਆ ਸੀਗਾ। ਇਹ ਚੱਕ ਕੇ ਇੱਧਰ ਰੱਖਿਆ ਜੀ, ਇੱਥੋਂ ਲੈ ਕੇ ਜਾਣਾ ਸੀ। ਤੁਸੀਂ ਸਿੱਧੀ ਗੱਲ ਆ, ਇੱਕ ਪੁੱਡਾ ਦੇ ਵਿੱਚ ਜਾ ਕੇ ਕੰਪਲੇਂਟ ਪਾਓ, ਠੀਕ ਹੈ ਜੀ। ਨੋਟਿਸ ਜਿਹੜੇ ਗਏ ਹੋਏ ਆ ਉਹ ਠੀਕ ਹੈ, ਕਿਉਂਕਿ ਮੇਰੀ ਵੀ ਪੁੱਡਾ ਦੇ ਅਫਸਰਾਂ ਨਾਲ ਵੀ ਗੱਲਬਾਤ ਸਾਡੀ ਹੋਈ ਹੈ ਮੇਰੀ। ਉਹਨਾਂ ਨੇ ਕਿਹਾ ਵੀ ਕਈ ਵਾਰ ਆਪ ਹੁਦਰੀਆਂ ਕਰ ਜਾਂਦੇ ਆ। ਜੇ ਤਾਂ ਤੁਹਾਡੀ ਹੈਲਪ ਕਰ ਦੇਣਗੇ ਇਹ ਤਾਂ ਠੀਕ ਹੈ, ਤੁਹਾਡਾ ਹਰਜਾਨਾ ਮਿਲ ਜਾਂਦਾ ਹੈ। ਜੇ ਤੁਹਾਨੂੰ ਲੱਗੇ ਵੀ ਹਾਂਜੀ ਧੱਕਾ ਹੋਇਆ ਹੈ ਤਾਂ ਤੁਸੀਂ ਜ਼ਰੂਰ ਉੱਥੇ ਪੁੱਡਾ ਦੇ ਵਿੱਚ, ਮੈਂ ਤੁਹਾਨੂੰ ਨੰਬਰ ਦੇ ਦਾਂਗਾ, ਠੀਕ ਹੈ, ਉੱਥੇ ਜਾ ਕੇ ਅਫਸਰਾਂ ਨੂੰ ਮਿਲੋ। ਤੇ ਉਹ ਦੇਖੋ ਜੀ, ਉਹ ਇਮਾਰਤ 6 ਮਹੀਨੇ ਤੋਂ ਇੱਥੇ ਹੀ ਪਈ। ਇਹੀ ਹਿੱਸਾ ਇਹਨਾਂ ਦਾ ਕਹਿਣਾ ਹੈ, ਜਿੱਥੇ ਉਹ ਇੱਕ ਹਿੱਸਾ ਪਿਆ ਹੈ ਛੋਟਾ, ਉੱਥੇ ਪਿਆ ਸੀ ਇਹ ਸਾਰਾ। ਤੇ ਉੱਥੋਂ ਚੱਕ ਕੇ ਗਰੀਬ ਨੇ ਇੱਥੇ ਰੱਖ ਲਿਆ ਵੀ ਚੱਲ ਰਿਪੇਅਰ ਕਰਾ ਕੇ ਆਪਾਂ ਅੱਗੇ ਲੈ ਲਾਂਗੇ। ਕਿੰਨੇ ਦਾ ਖਰੀਦਿਆ ਸੀ ਤੁਸੀਂ? 40,000 ਦਾ? 40,000 ਦਾ ਖਰੀਦਿਆ ਸੀਗਾ ਜੀ।
ਤੇ ਵਿੱਚੇ ਸ਼ਟਰ ਸਭ ਕੁਝ ਤੋੜ ਗਏ। ਹਾਂਜੀ ਸ਼ਟਰ ਸਾਰੇ ਤੋੜ ਗਏ ਜੀ। ਸੋ ਇੱਕ ਵਾਰ ਟੁੱਟਿਆ ਵਾ ਫੇਰ ਦਿਖਾ ਦਿਓ। ਸੋ ਇਹ ਬਿਲਕੁਲ ਧੱਕਾ ਹੈ, ਕਿਸੇ ਤਰ੍ਹਾਂ ਦੇ ਨਾਲ ਕੋਈ ਇਹ ਕਹਿੰਦੇ ਜੀ ਫਿਕਸ ਕੀਤਾ ਹੋਇਆ ਸੀ। ਜੇ ਫਿਕਸ ਕੀਤਾ ਹੋਇਆ ਸੀ ਚਲੋ ਆਪਾਂ ਖੱਡੇ ਹੀ ਲੱਭ ਲੈਂਦੇ ਆ ਜਿੱਥੇ ਫਿਕਸ ਸੀਗਾ। ਇਹ ਕੋਈ ਕਿਧਰੇ ਵੀ ਖੱਡਾ ਨਹੀਂ ਹੈਗਾ, ਤੁਸੀਂ ਧਿਆਨ ਰੱਖੋ ਕਿਤੇ ਆਪ ਨਾ ਖੱਡੇ ਪਾ ਜਾਣ। ਇਹ ਬਾਅਦ ਦੇ ਵਿੱਚ ਕਹਿਣ ਨੂੰ ਵੀ ਫਿਕਸ ਕੀਤਾ ਹੋਇਆ ਸੀ ਜੀ, ਖੱਡੇ ਪਾ ਜਾਣੇ ਕਿਤੇ। ਆਹ ਦੇਖੋ ਕਬਾੜ ਪਿਆ ਜੀ ਕਿੰਨਾ ਜੀ, ਹਾਂ। ਆਹ ਥੱਲੇ ਕਬਾੜ ਪਿਆ ਜੀ, ਕੋਈ ਫਿਕਸ ਨਹੀਂ ਕੀਤਾ, ਐਦਾਂ ਹੀ ਪਿਆ ਸੀਗਾ ਜੀ। ਜੰਗ ਲੱਗੀ ਹੋਈ ਆ ਜੀ। ਆਹ ਦੇਖੋ ਬਿਲਡਿੰਗ ਕਰੀ ਹੋਈ ਆ, ਬਿਲਡਿੰਗ ਕਰਕੇ ਮੜਾ ਜਿਹਾ ਸਿੱਧਾ ਕੀਤਾ ਸੀਗਾ ਜੀ, ਹੋਰ ਕੁਝ ਨਹੀਂ ਆ। ਟੁੱਟਿਆ ਵਾ ਐਦਾਂ ਹੀ ਸਿੱਧਾ ਜਿਹਾ ਕਰਕੇ ਚੱਕ ਕੇ ਲੈ ਜਾਣਾ ਸੀਗਾ ਜੀ। ਕਿੰਨੇ ਬੱਚੇ ਤੁਹਾਡੇ? 3 ਬੱਚੇ ਆ ਜੀ। ਕੀ ਹੈ? 2 ਗੁੱਡੀਆਂ ਜੀ, 1 ਬੇਟਾ ਜੀ। ਘਰ ਵਾਲੇ ਕੀ ਕਰਦੇ? ਘਰ ਦੇ ਤੁਹਾਡੇ ਹਾਊਸ ਵਾਈਫ ਹੈ ਜੀ। ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਬਾਈ? ਦਾ ਗੁਜ਼ਾਰਾ ਮੇਰੇ ਤੇ ਹੀ ਚੱਲਦਾ ਜੀ। ਮਾਂ-ਬਾਪ ਤੁਹਾਡੇ ਨਾਲ? ਫਾਦਰ ਐਕਸਪਾਇਰ ਹੋ ਗਏ ਸੀਗੇ, ਮਦਰ ਹੈ ਜੀ। ਅੱਛਾ। ਭਰਾ ਕੋਈ? ਭਰਾ ਇੱਥੇ ਹੈਗੇ ਜੀ, ਇੱਧਰ ਉਹ ਖੜੇ ਆ ਜੀ, ਉਹ ਡਰਾਈਵਿੰਗ ਕਰਦੇ ਜੀ। ਮੈਂ ਵੀ ਡਰਾਈਵਰ ਸੀਗਾ, ਟੈਕਸੀ ਡਰਾਈਵਰ ਸੀਗਾ ਜੀ। ਕਰੋਨਾ 'ਚ ਟੈਕਸੀਆਂ ਦਾ ਕੰਮ ਖਤਮ ਹੋ ਗਿਆ ਜੀ, ਪਰ ਇਹਦੇ ਕਰਕੇ ਆ ਮਾੜਾ ਮੋਟਾ ਕੰਮ ਆਉਂਦਾ ਸੀਗਾ ਇਹ, ਤਾਂ ਫਾਸਟ ਫੂਡ ਦਾ ਕਰਨ ਲੱਗੇ ਸੀ। 10-10 20-20 ਰੁਪਏ ਇਕੱਠੇ ਕਰਕੇ ਭਾਜੀ 1 ਸਾਲ ਤੋਂ ਹੀ ਖਰੀਦਿਆ ਸੀ। ਤੁਸੀਂ ਫਿਕਰ ਨਾ ਕਰੋ ਗੁਰਪ੍ਰੀਤ ਬਾਈ ਜੀ, ਕੋਈ ਨਾ, ਇਨਸਾਨ ਜਿਉਂਦੇ ਨੇ, ਬਹੁਤ ਰੱਬੀ ਰੂਹਾਂ ਹੈਗੀਆਂ ਨੇ। ਜਾਂ ਜਿੰਨਾ ਮੇਰੇ ਤੋਂ ਵੀ ਹੋਇਆ ਮੈਂ ਜ਼ਰੂਰ ਪਹਿਲਾਂ ਇੱਕ ਵਾਰ ਮੈਂ ਜੇਈ ਸਾਹਿਬ ਤੁਹਾਡੀ ਇਨਸਾਨੀਅਤ ਦੇਖਣਾ ਚਾਹੁੰਦੇ ਹਾਂ ਅਸੀਂ, ਤੇ ਉਹਨੂੰ ਫਿਰ ਕੈਮਰਿਆਂ ਦੇ ਉੱਤੇ ਵੀ ਦਿਖਾਉਣਾ ਚਾਹੁੰਦਾ ਮੈਂ ਵੀ ਬਾਈ ਜੀ ਨੇ ਮਦਦ ਕੀਤੀ ਹੈ, ਆਪ ਕੀਤੀ ਹੈ, ਕਿਉਂਕਿ ਇਹ ਗਲਤੀ ਤੁਹਾਡੀ ਹੈ, ਤੁਸੀਂ ਸਵੀਕਾਰੋ। ਬੇਸ਼ੱਕ ਤੁਸੀਂ ਨੋਟਿਸ ਦਿੱਤੇ, ਜੇ ਨੋਟਿਸ ਦਿੱਤੇ ਸਾਰੀਆਂ ਇਮਾਰਤਾਂ ਕਿਉਂ ਨਹੀਂ ਢਈਆਂ? ਇਹ ਇਮਾਰਤਾਂ ਇਹ ਨਜਾਇਜ਼ ਦੱਸ ਰਹੇ ਨੇ, ਤੁਸੀਂ ਪ੍ਰੂਫ ਦਿਖਾਓ ਸਾਨੂੰ ਕੈਮਰਿਆਂ ਦੇ ਉੱਤੇ ਆ ਕੇ। ਤੁਸੀਂ ਆਪ ਫੋਨ ਕਰਿਓ ਬਈ ਜਿਹੜੇ ਮੇਰੇ ਤੇ ਦੋਸ਼ ਲਾ ਰਹੇ ਨੇ ਨਜਾਇਜ਼ ਦੇ, ਤਾਂ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ ਨੇ। ਮੈਂ ਤੁਹਾਨੂੰ ਕੈਮਰੇ ਦੇ ਉੱਤੇ ਦਿਖਾਉਣਾ ਸਾਰਿਆਂ ਦੇ ਡਾਕੂਮੈਂਟ, ਮੈਂ ਤੁਹਾਡੀ ਇੰਟਰਵਿਊ ਕਰਾਂਗਾ। ਕੱਲੀ ਕਲੋਨੀ ਆਪਾਂ ਚੱਲਾਂਗੇ ਤੇ ਤੁਸੀਂ ਕਹੋ ਬਈ ਕੋਈ ਨਜਾਇਜ਼ ਨਹੀਂ ਹੋ ਰਿਹਾ ਇੱਥੇ ਕੰਮ, ਤੇ ਤੁਹਾਡੀਆਂ ਅੱਖਾਂ ਬੰਦ ਨੇ। ਜਿੱਥੇ ਧੱਕਾ ਜਾਂ ਜਿੱਥੇ ਇਹ ਜਿਵੇਂ ਇਹ ਕਹਿ ਰਹੇ ਨੇ ਵੀ ਬੁਰਕੀ ਪੈ ਜਾਂਦੀ ਹੈ ਜੀ, ਤੇ ਜਿੱਥੇ ਬੁਰਕੀ ਪੈ ਜਾਂਦੀ ਹੈ ਫਿਰ ਉੱਥੇ ਚੁੱਪ ਕਰ ਜਾਂਦੇ ਹੋ। ਤੇ ਹੁਣ ਜਿਹੜਾ ਇਹ ਗਰੀਬ ਦੇ ਨਾਲ ਧੱਕਾ ਕੀਤਾ ਬਾਈ ਜੀ, ਤਾਂ ਕਿਰਪਾ ਕਰਿਓ। ਜੇ ਤੁਸੀਂ ਵੀ ਬੱਚਿਆਂ ਵਾਲੇ ਹੋ, ਵੀਰ ਦੀਆਂ 2 ਧੀਆਂ ਨੇ, 1 ਪੁੱਤ ਹੈ, ਪਰਿਵਾਰ ਪਾਲ ਰਿਹਾ ਹੈ, ਸੋ ਇਸ ਕਬੀਲਦਾਰ ਵੱਲ ਜ਼ਰੂਰ ਦੇਖਿਓ। ਭਾਜੀ ਉਹ ਕਾਊਂਟਰ ਦਿਖਾਉਂਦਾ ਜੀ ਮੈਂ ਤੁਹਾਨੂੰ ਜੀ, ਵੀ ਕਿੱਥੇ ਕੰਮ ਕਰਦਾ ਜੀ ਮੈਂ ਜੀ। ਹਾਂਜੀ। ਐਸਡੀਐਮ ਸਾਹਿਬ ਕੀ ਕਹਿੰਦੇ ਆ? ਐਸਡੀਐਮ ਸਾਹਿਬ ਨਾਲ ਮੇਰੀ ਨਹੀਂ ਜੀ ਗੱਲ ਹੋਈ ਹੈਗੀ ਜੀ। ਬਸ ਆਹ ਦੇਖੋ ਇੱਥੇ ਕਾਊਂਟਰ ਤੇ ਤਰਪਾਲ ਲਾ ਕੇ ਕੰਮ ਕਰਦਾ ਜੀ ਮੈਂ ਜੀ। ਮੀਂਹ ਪੈਂਦੇ ਸੀ ਇੱਥੇ 10-10 20-20 ਰੁਪਏ ਇਕੱਠੇ ਕਰਕੇ ਜੀ ਇਹ ਖੋਖਾ ਖਰੀਦਿਆ ਸੀ 1 ਸਾਲ ਤੋਂ ਜੀ। ਮੱਛਰ ਵੀ ਗਿੱਟੇ ਖਾਂਦਾ ਜੀ, ਧੁੱਪ ਵੀ ਜਰਦਾ ਜੀ, ਸਾਰਾ ਕੁਝ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਜੀ। ਇਹੀ ਰੋਜ਼ ਕਮਾਉਣੇ ਰੋਜ਼ ਖਾਣੇ। ਅਜੇ ਅਫਸਰ ਸਾਡੇ ਨਾਲ ਇਦਾਂ ਕਰ ਜੂਗੇ ਜੀ ਤਾਂ ਅਸੀਂ ਕਿੱਥੇ ਜਾਊਂਗੇ? ਸਰਕਾਰ ਨੌਕਰੀਆਂ ਨਹੀਂ ਦਿੰਦੀ, ਰੁਜ਼ਗਾਰ ਨਹੀਂ ਦਿੰਦੀ ਜੀ, ਹੈ ਜੀ। ਸੋ ਬਿਲਕੁਲ ਜੀ, ਜੇਈ ਸਾਹਿਬ ਮਨਕੂ ਜੀ, ਆਹ ਦੇਖੋ ਜੀ, ਆਹ ਤਰਪਾਲ ਹੈ ਇਹਦੀ ਛੱਤ ਵੀਰ ਦੀ, ਤੇ ਆਹ ਕਾਊਂਟਰ ਦੇ ਨਾਲ ਆਪਣਾ ਪੇਟ ਭਾਲ ਰਿਹਾ, ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਧੀਆਂ ਵਾਲਾ ਵੀਰ ਹੈ। ਸੋ ਜਿੰਨੀ ਤੁਸੀਂ ਮਦਦ ਕਰ ਸਕਦੇ ਹੋ, 10,000 ਰੁਪਏ ਵੀਰੇ ਮੈਂ ਤੁਹਾਨੂੰ ਦਿੰਦਾ ਤੁਹਾਡੇ ਜੋ ਇਹ ਖਰਚਾ ਹੋਇਆ, ਤੇ ਬਾਕੀ ਮੈਂ ਤੁਹਾਨੂੰ ਕਹਿੰਦਾ ਵੀ ਜਿੰਨਾ ਤੁਸੀਂ ਦੇ ਸਕਦੇ ਹੋਏ ਉਨਾ ਦੇ ਦਿਓ, ਪਰ ਸਾਨੂੰ ਜ਼ਰੂਰ ਤੁਸੀਂ ਦੱਸਣਾ ਜੀ ਵੀ ਜੇ ਮਦਦ ਕਰਦੇ ਆ ਤਾਂ ਅਸੀਂ ਚਾਹੁੰਦੇ ਆ ਵੀ ਜੇ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੁੰਦਾ ਤਾਂ ਅਸੀਂ ਉਹ ਵੀ ਚੀਜ਼ ਕੈਮਰੇ ਅੱਗੇ, ਅਸੀਂ ਸਿਰਫ ਸਾਡਾ ਕਿਸੇ ਅਫਸਰਾਂ ਦੇ ਨਾਲ ਵੈਰ ਵਿਰੋਧ ਨਹੀਂ ਆ, ਨਾ ਸਿਰਫ ਅਸੀਂ ਲਾਹਣਤਾਂ ਹੀ ਪਾਉਣਾ ਜਾਣਦੇ ਆ। ਚੰਗੇ ਕੰਮ ਦੀ ਹਮੇਸ਼ਾ ਪ੍ਰਸ਼ੰਸਾ ਕਰੂੰਗੇ। ਗਲਤੀ ਮਨੁੱਖ ਕਰ ਜਾਂਦਾ ਹੁੰਦਾ, ਗੁੱਸੇ ਦੇ ਵਿੱਚ ਕਿਸੇ ਤੋਂ ਵੀ ਹੋਊਗੀ, ਤੇ ਵੱਡੀ ਗੱਲ ਇਹ ਹੁੰਦੀ ਆ ਵੀ ਉਹ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਤੁਸੀਂ ਚੰਗਾ ਕੰਮ ਕੀਤਾ, ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਇਹ ਚੰਗਾ ਕੰਮ ਜ਼ਰੂਰ ਕਰੋਗੇ ਜੀ। ਹਲੇ ਭਾਜੀ ਇਹਦੇ ਖੋਖੇ ਦੇ ਮੈਂ ਪੈਸੇ ਵੀ ਦੇਣੇ ਆ ਜੀ। ਹਲੇ ਉਹਦੇ ਕੰਨੀ ਆਧਾਰੇ, ਮੇਰੇ ਕੰਨੀ ਆਧਾਰੇ ਆ ਉਹਦੇ ਜੀ। ਉਹਦੇ ਮੈਂ ਕਰਿਆਨੇ ਵਾਲੇ ਦੀ ਪਿੱਛੇ ਹੀ ਦੁਕਾਨ ਹੈ, ਉਹਦੇ ਪੈਸੇ ਵੀ ਦੇਣੇ ਆ ਜੀ। ਹਲੇ ਐਦਾਂ ਹੀ ਲੈ ਕੇ ਰੱਖਿਆ ਸੀਗਾ ਵੀ ਮੈਂ ਚੱਕ ਲੈ ਜਾਣਾ, ਹਲੇ ਤਾਂ ਪੈਸੇ ਵੀ ਤਾਰਨ ਜੀ, ਦੂਜੇ ਦਿਨ ਤੋੜ ਗਈ ਆ ਗਈ। ਤੇ ਬਹੁਤ ਸਾਰੀਆਂ, ਮੈਂ ਇੱਥੋਂ ਜੇ ਆਪਾਂ ਮੋਹਾਲੀ ਤੱਕ ਵੀ ਪਹੁੰਚ ਜਾਈਏ ਤਾਂ ਬਹੁਤ ਨਜਾਇਜ਼ ਸਾਰੀਆਂ। ਫਿਰ ਸਾਰਿਆਂ ਦੇ ਉੱਤੇ ਜੇਸੀਬੀ ਚਲਾਉਣ ਦੇ ਲਈ ਕੀ ਹੁੰਦਾ? ਜੇ ਇੰਨੀ ਇਮਾਨਦਾਰੀ ਹੈ ਫਿਰ ਸਾਰੀਆਂ ਜਿੱਥੇ ਧੱਕਾ ਕੀਤਾ ਹੋਇਆ, ਬੇਈਮਾਨੀ ਦੇ ਨਾਲ ਇਮਾਰਤਾਂ ਬਣਾਈਆਂ ਗਈਆਂ ਨੇ, 2 ਨੰਬਰ ਦੇ ਨਾਲ ਇਮਾਰਤਾਂ ਬਣੀਆਂ ਨੇ, ਜਿਹੜੇ ਲੋਕ ਅਜਿਹੇ ਕੰਮ ਕਰਦੇ ਨੇ ਕੀ ਕਿਸੇ ਦੀ ਸ਼ਹਿ ਦੇ ਨਾਲ ਉਹ ਬਣੀਆਂ ਨੇ ਜਿਨ੍ਹਾਂ ਦੇ ਉੱਤੇ ਹੁਣ ਤੱਕ ਬਲਡੋਜ਼ਰ ਨਹੀਂ ਫਿਰ ਰਿਹਾ? ਤੇ ਜੇ ਫਿਰ ਬਲਡੋਜ਼ਰ ਫਿਰਨਾ ਹੈ ਤਾਂ ਸਾਰੀਆਂ ਤੇ ਫਿਰਨਾ ਚਾਹੀਦਾ ਇੱਕ ਪੱਧਰ ਤੇ। ਪਰ ਆ ਗਰੀਬ ਦਾ ਹੁਣ ਜਿਹੜਾ ਨੁਕਸਾਨ ਹੋ ਗਿਆ, ਤੇ ਇਹ ਵੀਰ ਕਹਿ ਰਿਹਾ ਗੁਰਪ੍ਰੀਤ ਸਿੰਘ ਵੀ ਮੈਂ ਤਾਂ ਜੀ ਇੱਥੇ ਫਰਸ਼ ਵੀ ਨਹੀਂ ਲਾਇਆ ਹੋਇਆ। ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਖੋਖਾ, ਦੇਖੋ ਜਿਹੜੇ ਖੋਖੇ ਨੇ ਜੀ, ਉਹ ਦੇਖੋ ਉਹ ਫਰਸ਼ ਹੈ, ਨੀਚੇ ਆਲੇ ਦੁਆਲੇ ਸੀਮੈਂਟ ਲੱਗਿਆ ਹੋਇਆ, ਤੇ ਇਹ ਖੋਖਾ ਇਸ ਗੱਲ ਦਾ ਪ੍ਰਤੀਕ ਹੈ ਥੱਲੇ ਜੰਮਿਆ ਹੋਇਆ ਘਾਹ।
ਕਿਸੇ ਤਰ੍ਹਾਂ ਦਾ ਕੋਈ ਫਰਸ਼ ਨਹੀਂ ਹੈ। ਆ ਥੱਲੇ ਮਾਰਿਓ ਇੱਕ ਕੈਮਰਾ, ਦੇਖੋ ਜੀ ਥੱਲੇ ਕਿਸੇ ਤਰ੍ਹਾਂ ਦਾ ਕੋਈ, ਵੀਰੇ ਜਦੋਂ ਤੋੜ ਕੇ ਗਏ ਆ ਕਿ ਇੱਥੇ ਹੀ ਪਿਆ ਸੀ ਜੀ ਇਹ ਖੋਖਾ? ਆਇਓ ਇੱਕ ਮਿੰਟ ਗੁਰਪ੍ਰੀਤ ਜੀ, ਜਦੋਂ ਖੋਖਾ ਇਹ ਤੋੜਿਆ ਏ ਕਿ ਇੱਥੇ ਹੀ ਇਸੇ ਜਗ੍ਹਾ ਤੇ ਸੀ ਜਾਂ ਕਿਸੇ ਹੋਰ ਜਗ੍ਹਾ ਤੇ ਤੋਂ ਲਿਆਂਦਾ? ਨਹੀਂ ਇੱਥੇ ਹੋਰ ਜਗ੍ਹਾ ਤੋਂ ਲਿਆਂਦਾ ਜੀ, ਇੱਥੇ ਪਿਆ ਸੀਗਾ, ਤੋੜਿਆ ਇਸੇ ਜਗ੍ਹਾ ਤੇ ਆ। ਐਸੇ ਜਗ੍ਹਾ ਤੇ ਤੇ ਜੇਈ ਸਾਹਿਬ ਹੁਣ ਤੁਸੀਂ ਆਪ ਦੇਖੋ, ਇਹ ਬਣਿਆ ਬਣਾਇਆ ਖੋਖਾ ਰੱਖਿਆ ਵੀਰ ਨੇ ਮੁਰੰਮਤ ਕਰਵਾਉਣ ਦੇ ਲਈ, ਰਿਪੇਅਰ ਕਰਵਾਉਣ ਦੇ ਲਈ। ਤੇ ਉਹ ਦੇਖੋ ਥੱਲੇ ਘਾਹ ਜੰਮਿਆ ਹੋਇਆ, ਕਿਸੇ ਤਰ੍ਹਾਂ ਦਾ ਕੋਈ ਫਰਸ਼ ਨਹੀਂ ਹੈ। ਇਹ ਵੀਰ ਵੀ ਕਹਿ ਰਿਹਾ ਵੀ ਮੇਰਾ ਇਰਾਦਾ ਨਹੀਂ ਸੀ, ਨਾ ਮੈਂ ਕੰਮ ਕਰਨਾ ਸੀ ਇੱਥੇ। ਤੁਸੀਂ ਕਿੱਥੇ ਲੈ ਕੇ ਜਾਣਾ ਸੀ ਇਹਨੂੰ? ਭਾਜੀ ਆਪਣੇ ਪਲਾਟ 'ਚ ਲੈ ਕੇ ਜਾਣਾ ਸੀ। ਇਹਦਾ ਅਗਲਾ ਹਿੱਸਾ ਉਹ ਟੁੱਟਿਆ ਪਿਆ ਜੀ, ਪਿੱਛੇ ਦੇਖ ਲਓ ਪਿਆ ਜੀ, ਉਹ ਪਿਆ ਪਿੱਛੇ ਉਹਦਾ। ਐਵੇਂ ਤਾਂ ਕੱਲ ਨੂੰ ਕੋਈ ਆਪਣੀ ਕੋਈ ਗੱਡੀ ਵੈਸੇ ਖੜਾ ਜਾਊਗਾ ਇਸ ਜਗ੍ਹਾ ਦੇ ਵਿੱਚ ਆ ਕੇ, ਬਲਡੋਜ਼ਰ ਚਲਾ ਦੇਣਗੇ, ਤੋੜ ਦੇਣਗੇ ਫਿਰ ਤੇ। ਹਾਂਜੀ ਮੈਂ ਤਾਂ ਇਹੀ ਗੱਲ ਕਹੀ ਜੇਈ ਸਾਹਿਬ ਨੂੰ, ਮੈਂ ਕਿਹਾ ਜੀ ਐਗਰੀਕਲਚਰ ਲੈਂਡ ਕਿਸੇ ਟਰੈਕਟਰ ਟਰਾਲੀਆਂ ਖੜੀਆਂ ਜੀ, ਉਹ ਤੁਸੀਂ ਤੋੜ ਦਿਓ। ਇਹ ਤਾਂ ਵੈਸੇ ਰੱਖਿਆ ਸੀ, ਅਜੇ ਖੇਤ 'ਚ ਰੱਖ ਲਿਆ 4 ਦਿਨ ਵਾਸਤੇ ਹੀ, ਤੁਸੀਂ ਆ ਕੇ ਤੋੜਤਾ ਜੀ। ਉਹ ਕਹਿੰਦੇ ਖਾਲੀ ਪਿਆ ਸੀ, ਅਸੀਂ ਤੋੜਦਾ। ਮੈਂ ਕਿਹਾ 2 ਪਿੱਛੇ ਪਏ ਉਹ ਵੀ ਤੋੜ ਦਿੰਦੇ ਜੀ, ਖਾਲੀ ਹੈ ਜੀ। ਕਿੱਥੇ ਪਏ ਜੀ 2? ਇਹ ਖਾਲੀ ਹੈ ਜੀ, ਆਹ ਦੇਖੋ ਜੀ, ਆਹ ਨਾਲ ਜੀ। ਅੱਛਾ ਇਹ ਖਾਲੀ ਆ? ਇਹ ਪਿਆ ਜੀ ਇੱਦਾਂ ਹੀ, ਆਹ ਅੱਛਾ ਖਾਲੀ ਪਿਆ ਜੀ। ਸ਼ੈੱਡ ਉਹ ਵੀ ਪਿਆ ਜੀ, ਉਹ ਕੰਮ ਨਹੀਂ ਸੀ ਕਰਦੇ ਜੀ ਇੱਥੇ। ਇੱਕ ਇਹ ਤੋਂ ਇਸ ਤੋਂ ਪਹਿਲਾਂ ਪਿਆ ਸੀਗਾ ਜੀ, ਉਹ 2 ਮਹੀਨੇ ਪਿਆ ਰਿਹਾ, ਉਹਤੇ ਕੋਈ ਕਾਰਵਾਈ ਨਹੀਂ ਹੋਈ ਜੀ, ਸਿਰਫ ਇਹੀ ਆ ਕੇ ਤੋੜਿਆ ਜੀ। ਸੋ ਜੇਈ ਸਾਹਿਬ ਤੁਸੀਂ ਦਲੀਲ ਤਾਂ ਬਹੁਤ ਵਧੀਆ ਦੇ ਰਹੇ ਹੋ, ਤੁਸੀਂ ਗੱਲ ਵੀ ਮਾਲਕਾਂ ਦੇ ਉੱਤੇ ਸੁੱਟ ਰਹੇ ਵੀ ਅਸੀਂ ਦਿੱਤਾ ਹੋਇਆ, ਪਰ ਕੀ ਇਹ ਜਾਇਜ਼ ਆ ਜਾਂ ਧੱਕਾ ਏ? ਇੱਕ ਬੰਦੇ ਦਾ ਤੁਸੀਂ ਪਹਿਲਾਂ ਡਾਕਟਰ ਸਾਹਿਬ ਨੂੰ ਫੋਨ ਕਰਦੇ ਵੀ ਅਸੀਂ ਤੁਹਾਨੂੰ ਭਾਈ ਨੋਟਿਸ ਦਿੱਤਾ ਹੋਇਆ ਤੇ ਤੁਹਾਨੂੰ ਕਿਹਾ ਸੀ ਵੀ ਤੁਸੀਂ ਅਗਲੀ ਉਸਾਰੀ ਨਹੀਂ ਕਰਨੀ, ਤੁਸੀਂ ਕਿਉਂ ਕਰ ਰਹੇ ਹੋ? ਮੈਂ ਤੋੜਨ ਜਾ ਰਿਹਾ, ਫਿਰ ਤੇ ਬਣਦੀ ਗੱਲ। ਤੇ ਫਿਰ ਡਾਕਟਰ ਸਾਹਿਬ ਵੀ ਤੁਹਾਨੂੰ ਦੱਸਦੇ ਵੀ ਤੋੜਿਓ ਨਾ ਭਾਈ, ਕਿਸੇ ਗਰੀਬ ਦਾ ਏ, ਉਹਨੇ ਚੱਕ ਲੈਣਾ, 2 ਦਿਨ ਦੇ ਲਈ ਰੱਖਿਆ ਤੇ ਤੁਸੀਂ ਧੱਕਾ ਕਰਕੇ। ਬਾਈ ਜੀ ਜੇ ਤੁਹਾਡੇ ਅੰਦਰ ਕੋਈ ਇਮਾਨਦਾਰੀ ਇਨਸਾਨੀਅਤ ਹੈ, ਮੈਨੂੰ ਲੱਗਦਾ ਬਈ ਤੁਸੀਂ ਵੀ ਇਹ ਫੀਲ ਕਰ ਰਹੇ ਹੋਵੋਗੇ ਵੀ ਇੱਕ ਗਰੀਬ ਦੇ ਨਾਲ, ਇੱਕ ਵੀਰ ਦੇ ਨਾਲ ਸਾਤੋਂ ਧੱਕਾ ਹੋ ਗਿਆ। ਤਾਂ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਤੁਸੀਂ ਜਿੰਨੀ ਹੈਲਪ ਕਰ ਸਕਦੇ ਹੋਏ, ਤੁਹਾਡੇ ਕੋਲ ਵੀ ਨੰਬਰ ਹੈਗਾ ਹੈ ਗੁਰਪ੍ਰੀਤ ਸਿੰਘ ਹੋਰਾਂ ਦਾ, ਜੇ ਨਹੀਂ ਹੈ ਤਾਂ ਇਹ ਵੀਰ ਇੱਥੇ ਹੀ ਲਾਉਂਦਾ ਰੇੜੀ, ਸਟਾਲ ਲਾਉਂਦਾ। ਤੇ ਇਹ ਧੱਕਾ ਜਿਹੜਾ ਤੁਹਾਡੇ ਕੋਲੋਂ ਹੋਇਆ ਹੈ, ਕਿਉਂਕਿ ਤੁਹਾਨੂੰ ਇੱਕ ਫੋਨ ਕਰਨਾ ਚਾਹੀਦਾ ਸੀ ਵੀ ਭਾਈ ਇਹਨੂੰ ਚੱਕ ਲੈ, ਨਹੀਂ ਮੈਂ ਆ ਗਿਆ ਤੋੜਨ ਚੱਲਿਆ। ਫਿਰ ਉਹ ਤੁਹਾਨੂੰ ਵਿੱਚ ਦੀ ਗੱਲ ਦੱਸਦਾ ਵੀ ਬਾਈ ਜੀ ਇਹ ਮੇਰਾ ਨਹੀਂ ਹੈਗਾ, ਇਹ ਤੇ ਕਿਸੇ ਵੀਰ ਨੇ 1 ਦਿਨ ਦੇ ਲਈ ਮੇਤੋਂ ਜਗ੍ਹਾ ਮੰਗੀ ਹੈ ਵੀ ਰੱਖਣ ਦੇ ਲਈ, ਤਾਂ ਗੱਲ ਬਣਦੀ। ਪਰ ਤੁਸੀਂ ਫੇਰ ਵੀ ਤੋੜ ਗਏ। ਮੈਂ ਤੁਹਾਨੂੰ ਇੱਕ ਅਪੀਲ ਕਰਦਾ ਵੀ ਜ਼ਰੂਰ ਇਸ ਵੀਰ ਦੀ ਬਾਂਹ ਫੜੀ ਜਾਵੇ, ਜੋ ਤੁਸੀਂ ਇਹਦਾ 40-45 ਹਜ਼ਾਰ ਦਾ ਨੁਕਸਾਨ ਕਰ ਗਏ ਆ, ਕਿਉਂਕਿ ਤਨਖਾਹਾਂ ਬਹੁਤ ਮੋਟੀਆਂ ਵੀਰ ਜੀ ਤੁਹਾਨੂੰ, ਪਰ ਇਹਨਾਂ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਹੁੰਦਾ। ਤੇ ਜਿੰਨੀ ਵੀ ਇਹਨਾਂ ਦੀ ਮਦਦ ਹੋ ਸਕਦੀ ਹੈ, ਆਪਣੇ ਆਪ ਨੂੰ ਮਤਲਬ ਕਿ ਤੁਸੀਂ ਇੱਕ ਅਫਸਰ ਹੋ ਤਾਂ ਦਰਿਆ ਦੇ ਲਈ ਹੁਣ ਤੁਸੀਂ ਦਿਖਾਇਓ। ਅਸੀਂ ਦੇਖਣਾ ਚਾਹੁੰਦੇ ਹਾਂ, ਜੇ ਤੁਸੀਂ ਕਰਕੇ ਜਾਂਦੇ ਹੋ ਤਾਂ ਮੈਂ ਦੁਬਾਰਾ ਬਾਈ ਨੂੰ ਕਹਿੰਦਾ ਸਾਨੂੰ ਜ਼ਰੂਰ ਬੁਲਾਇਓ ਤੇ ਤੁਹਾਡੀ ਖਬਰ ਮੈਂ ਦੁਬਾਰਾ ਕਰਕੇ ਜਾਊਂਗਾ ਵੀ ਯਾਰ ਅਫਸਰਾਂ ਦੇ ਵਿੱਚ ਜਿਹੜੀਆਂ ਮੈਂ ਪਹਿਲਾਂ ਲਾਈਨਾਂ ਕਹੀਆਂ ਏ ਵੀ ਅਫਸਰ ਰੋਟੀ ਨਹੀਂ ਖਾਣ ਦਿੰਦੇ, ਸਰਕਾਰਾਂ ਨੌਕਰੀਆਂ ਨਹੀਂ ਦਿੰਦੀਆਂ, ਤੇ ਜੇ ਕੋਈ ਰੁਜ਼ਗਾਰ ਕਰਨ ਦਿੰਦਾ ਤਾਂ ਸਰਕਾਰਾਂ ਦੇ ਪਾਲੇ ਹੋਏ ਅਫਸਰ ਇਹ ਕੰਮ ਕਰ ਜਾਂਦੇ ਆ, ਤਾਂ ਫਿਰ ਮੈਂ ਉਹ ਸ਼ਬਦ ਵੀ ਵਾਪਸ ਲੈ ਕੇ ਜਾਊਂਗਾ ਤੇ ਮੈਂ ਦੱਸ ਕੇ ਜਾਊਂਗਾ ਵੀ ਸਾਰੇ ਅਫਸਰ ਇੱਕ ਜਿਹੇ ਨਹੀਂ ਹੁੰਦੇ, ਵਿੱਚ ਜੇਈ ਸਾਹਿਬ ਵਰਗੇ ਵੀ ਹੁੰਦੇ ਨੇ ਜਿਨ੍ਹਾਂ ਤੋਂ ਗਲਤੀ ਦੇ ਨਾਲ ਟੁੱਟ ਗਿਆ, ਪਰ ਉਹ ਹੁਣ ਇਹ ਚੀਜ਼ ਉਹ ਵੀਰ ਦੀ ਹੈਲਪ ਕਰਕੇ ਗਏ ਨੇ। ਸੋ ਉਮੀਦ ਕਰਦੇ ਹਾਂ ਵੀ ਤੁਸੀਂ ਜ਼ਰੂਰ ਇਸ ਵੀਰ ਦੀ ਮਦਦ ਲਈ ਅੱਗੇ ਆਓਗੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸਹੋੜਾ।